ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਦੇ ਵਿੱਚ ਪੁਰਾਤਨ ਪ੍ਰਸੰਗ ਸੁਣਾ ਰਹੇ ਸੀ ਬਾਬਾ ਬੁੱਢਾ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਔਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ। ਸੁਣਾਉਂਦਿਆਂ ਇਤਿਹਾਸ ਨੂੰ ਬਾਬਾ ਬੁੱਢਾ ਜੀ ਇੱਥੇ ਪਹੁੰਚੇ ਨੇ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਖਡੂਰ ਬੈਠਿਆਂ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਖਡੂਰ ਪਹੁੰਚੇ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਤਿਕਾਰ ਦੇ ਨਾਲ ਲੈਣ ਦੇ ਵਾਸਤੇ ਪਿੰਡੋਂ ਬਾਹਰ ਵਾਰ ਪਹੁੰਚੇ ਨੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਰਾਵ ਗੁਰ ਪਿਖ ਕੀਆ ਚਖ ਅਰਬਿੰਦ, ਪਗ ਪੰਕਜ ਮਨ ਬਣਿਓ ਮਲਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਅੰਗਦ ਦੇਵ ਜੀ ਦੇ ਨੈਣ ਕਮਲ ਤੇ ਮਨ ਭੌਰਾ ਚਰਨਾ ਕਮਲਾਂ ਦਾ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਣਾ ਦਿੱਤਾ। ਪਰ ਕੌੜੀ ਪ੍ਰਭ ਭਏ ਅਸੀਨ, ਵਾਹਰ ਗ੍ਰਾਮ ਤੇ ਥਲ ਸ਼ੁਭ ਚੀਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਗਲਵਕੜੀ ਪਾ ਕੇ ਮਿਲੇ ਨੇ, ਤੇ ਫੇਰ ਬਾਹਰ ਹੀ ਪਿੰਡੋਂ ਜਿਹੜੀ ਚੰਗੀ ਜਗ੍ਹਾ ਸੀ ਨਾ, ਉਸ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਹਿ ਗਏ। ਸੁਣ ਖੀਵੀ ਦਰਸ਼ਨ ਕੋ ਆਈ, ਸ੍ਰੀ ਗੁਰ ਦੇਖੇ ਗਰੀਵ ਨਿਵਾਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਆਉਣੇ ਨੂੰ ਸੁਣ ਕੇ ਬੀਬੀ ਖੀਵੀ ਜੀ, ਜਿਹੜੇ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮਹਿਲ ਨੇ, ਉਹ ਵੀ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਨੇ। ਆਣ ਕੇ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਸਿਰ ਨਿਵਾਇਆ। ਕਹਿਓ ਗੁਰੂ ਪੁਰਖਾ ਤੂੰ ਧੰਨ, ਸਦਾ ਬਸੀ ਮੁਝ ਕਰਿਓ ਪ੍ਰਸੰਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ, ਹੇ ਪੁਰਖਾ ਤੂੰ ਧਨਤਾ ਦੇ ਯੋਗ ਹੈ, ਮੈਂ ਹਮੇਸ਼ਾ ਹੀ ਤੇਰੇ ਵਸ ਦੇ ਵਿੱਚ ਹਾਂ, ਮੁਝ ਕਰਿਓ ਪ੍ਰਸੰਨ, ਤੂੰ ਮੈਨੂੰ ਪ੍ਰਸੰਨ ਕੀਤਾ ਹੈ। ਤੁਮ ਸਮ ਜਗ में अपर न कोई, मोह मन में प्रिया और ना होई। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਰਦਾਨ ਦੇ ਰਹੇ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਨੇ ਕਿ ਤੇਰੇ ਵਰਗਾ ਦੁਨੀਆ ਦੇ ਉੱਤੇ ਹੋਰ ਕੋਈ ਨਹੀਂ ਹੈ। ਕਹਿੰਦੇ ਨੇ ਕਿ ਮੇਰੇ ਮਨ ਨੂੰ ਪਿਆਰਾ ਲੱਗਣ ਵਾਲਾ ਤੇਰੇ ਤੋਂ ਇਲਾਵਾ ਹੋਰ ਕੋਈ ਨਹੀਂ। ਸਰਬ ਪ੍ਰਕਾਰ ਧੀਰਜ ਕਹਿ ਦਇਓ, ਮਿਲ ਬੋਲਣ ਪਾਸੀ ਤਲਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰ ਇੱਕ ਪ੍ਰਕਾਰ ਦੇ ਨਾਲ ਚੰਗੇ ਸੋਹਣੇ ਬਚਨ ਕਹਿ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਧੀਰਜ ਦਿੱਤਾ ਹੈ।
ਮਿਲ ਬੋਲਣ ਪਾ ਸੀਤਲ ਹਿਓ। ਮਿਲਣ ਕਰਕੇ ਔਰ ਬੋਲਣ ਕਰਕੇ ਮਾਨੋ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹਿਰਦਾ ਸੀ ਉਹ ਠੰਡਾ ਹੋਇਆ। आते आनंद को पाए रहे हैं, परम प्रेम के बाक कहे हैं। बहुत ही आनंद दे विच समा रहे ने और बहुत ही ज्यादा प्रेम दे जिहड़े वचन ने ना वो कह रहे ने। पुर करतार गुरु पुन चले, सन्मुख श्री अंगद जी खले। इस तो बाद सतगुरु नानक देव सच्चे पातशाह जी करतारपुर ਨੂੰ ਵਾਪਸ ਜਾਣ ਦੇ ਵਾਸਤੇ ਤਿਆਰ ਹੋਏ ਨੇ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਹੱਥ ਜੋੜ ਕੇ ਸਾਹਮਣੇ ਖੜੇ ਨੇ। ਜੋਗ ਮੂਰਤ ਇੱਕ ਜੋਤ ਪ੍ਰਕਾਸ਼, ਹੋਤ ਆਨੰਦ ਬਿਲੰਦ ਹੁਲਾਸੇ। ਕਵੀ ਜੀ ਲਿਖਦੇ ਨੇ ਕਿ ਦੋਵਾਂ ਦੀਆਂ ਮੂਰਤੀਆਂ ਵੱਖੋ ਵੱਖਰੀਆਂ ਨੇ, ਪਰ ਦੋਵਾਂ ਦੇ ਵਿੱਚ ਇੱਕੋ ਹੀ ਜੋਤ ਪ੍ਰਕਾਸ਼ਮਾਨ ਹੈ। ਹੋਤ ਆਨੰਦ ਬਿਲੰਦ ਹੁਲਾਸੇ, ਮਾਨੋ ਕਿ ਬਹੁਤ ਹੀ ਵੱਡਾ ਹੁਲਾਸ ਹੈ, ਬਹੁਤ ਹੀ ਜ਼ਿਆਦਾ ਆਨੰਦ ਹੈ। ਕਹਿ ਸ੍ਰੀ ਅੰਗਦ ਸੁਣੀਐ ਨਾਥ, ਰਾਖੋ ਨਿਕਟ ਚਲੋ ਮੈਂ ਸਾਥ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੋਂ ਤੁਰਨ ਲੱਗੇ ਤੇ ਹੱਥ ਜੋੜ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ। ਕਹਿੰਦੇ ਨੇ हे ਸਤਿਗੁਰੂ ਸੱਚੇ ਪਾਤਸ਼ਾਹ ਜੀ, हे ਨਾਥ, हे ਮੇਰੇ ਮਾਲਕ, ਸੁਣੋ ਮੇਰੀ ਅਰਜ਼ ਨੂੰ। ਰਾਖੋ ਨਿਕਟ ਚਲੋ ਮੈਂ ਸਾਥ। ਸੱਚੇ ਪਾਤਸ਼ਾਹ ਮੈਨੂੰ ਹਮੇਸ਼ਾ ਤੁਸੀਂ ਆਪਣੇ ਨਾਲ ਰੱਖੋ, ਮੈਂ ਵੀ ਤੁਹਾਡੇ ਨਾਲ ਜਾਣਾ ਚਾਹੁੰਦਾ। ਸਹਿਓ ਨ ਜਾਵੇ ਬ੍ਰਹਾ ਤੁਮਾਰੋ, ਦਰਸ਼ਨ ਪਰਸਤ ਰਹੋ ਸੁਖਾਰੋ। ਕਹਿੰਦੇ ਨੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਵਿਛੋੜੇ ਨੂੰ ਸਹਿਣ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੇਕਰ ਮੈਂ ਤੁਹਾਡੇ ਕੋਲ ਰਵਾਂਗਾ, ਤੁਹਾਡਾ ਦਰਸ਼ਨ ਕਰਦਾ ਰਵਾਂਗਾ ਤਾਂ ਮੈਂ ਸੌਖਾ ਰਵਾਂਗਾ। ਕਹਿਓ ਗੁਰੂ ਤੁਮ ਮਮ ਮਨ ਮਾਹੀ, ਭੇਦ ਭਾਵ ਕੁਛ ਲਖੀਐ ਨਹੀਂ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਕਿ ਤੂੰ ਤੇ ਹਮੇਸ਼ਾ ਹੀ ਮੇਰੇ ਮਨ ਦੇ ਵਿੱਚ ਰਹਿਣਾ ਹੈ। ਕਹਿੰਦੇ ਨੇ ਤੇਰੇ ਵਿੱਚ ਔਰ ਮੇਰੇ ਵਿੱਚ हे ਪੁਰਖਾ ਕੋਈ ਵੀ ਭੇਦ ਨਹੀਂ ਹੈ, ਤੂੰ ਇਸ ਤਰ੍ਹਾਂ ਦੀ ਗੱਲ ਕਿਉਂ ਕਰਦਾ। ਗਮਨ ਕਰਤਾਰ ਪੋਰੇ ਮਮ ਜਾਨ, ਤੁਮ ਨਿਸਚਲ ਬੈਠੋ ਇਸ ਥਾਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਹੁਣ ਕਰਤਾਰਪੁਰੇ ਨੂੰ ਵਾਪਸ ਜਾ ਰਿਹਾ ਹਾਂ, ਤੂੰ ਨਿਸ਼ਚਲ ਹੋ ਕੇ ਇਸੇ ਹੀ ਜਗ੍ਹਾ ਦੇ ਉੱਤੇ ਬੈਠਾ ਰਹਿ। ਇਮ ਕਹਿ ਬਾਬਾ ਜੀ ਚੱਲ ਗਏ, ਸ੍ਰੀ ਅੰਗਦ ਤਹਿ ਬੈਠਤ ਪਏ। ਬਾਬਾ ਬੁੱਢਾ ਜੀ ਸੁਣਾ ਰਹੇ ਨੇ ਸਾਖੀ। ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਬਚਨ ਕਹਿ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੋਂ ਚਲੇ ਗਏ। ਪਰ ਦੂਸਰੇ ਪਾਸੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਹੜੀ ਜਗ੍ਹਾ ਤੇ ਬੈਠੇ ਹੋਏ ਸਨ ਉੱਥੇ ਬੈਠੇ ਹੀ ਰਹੇ, ਉੱਥੋਂ ਰਤਾ ਭਰਵੇ ਨਾ ਉੱਠੇ। ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ ਸੀ ਮੈਂ ਚੱਲਿਆ ਹਾਂ ਪਰ ਤੂੰ ਇਸ ਜਗ੍ਹਾ ਤੇ ਰਹਿਣਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਭਾਵ ਨਹੀਂ ਸੀ ਕਿ ਜਿੱਥੇ ਤੂੰ ਬੈਠਾ ਹੈ ਇੱਥੇ ਹੀ ਬੈਠਾ ਰਹਿ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਭਾਵ ਇਹ ਸੀ ਕਿ ਤੂੰ ਖਡੂਰ ਦੇ ਵਿੱਚ ਹੀ ਰਹਿਣਾ ਤੇ ਮੈਂ ਜਾ ਰਿਹਾ। ਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰਾਂ ਦੇ ਕਹੇ ਹੋਏ ਬਚਨ ਨੂੰ ਇਨ ਬਿਨ ਉਸੇ ਤਰ੍ਹਾਂ ਮੰਨਿਆ ਕਿ ਸਤਿਗੁਰਾਂ ਨੇ ਆਖਿਆ ਇੱਥੇ ਬੈਠਾ ਰਹੇ, ਉਹ ਉੱਥੋਂ ਨਾ ਉੱਠੇ, ਉਸੇ ਜਗ੍ਹਾ ਦੇ ਉੱਤੇ ਬੈਠੇ ਰਹੇ। ਦ੍ਰਿੜ ਆਸਣ ਕਰ ਆਸਣ ਆਨ, ਬੀਤੇ ਕਿਤਕ ਦਿਓਸ ਤਿਸ ਥਾਨ। ਦ੍ਰਿੜਤਾ ਨੂੰ ਧਾਰਨ ਕਰਕੇ ਆਸਣ ਨੂੰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਲਾਈ ਰੱਖਿਆ। ਉੱਥੇ ਪਿੰਡੋਂ ਬਾਹਰ ਵਾਰ ਹੀ ਜਿਹੜੀ ਜਗ੍ਹਾ ਸੀ ਉੱਥੇ ਬੈਠੇ ਰਹੇ। ਕਵੀ ਜੀ ਲਿਖਦੇ ਨੇ ਕਿ ਬੈਠਿਆਂ ਬੈਠਿਆਂ ਕਿੰਨੇ ਹੀ ਦਿਨ ਬਤੀਤ ਹੋ ਗਏ। ਮੁੰਦੇ ਬਿਲੋਚਨ ਸੁਧ ਨ ਸਰੀਰ, ਤ੍ਰਿਣ ਜਾਮੇ ਚੌਹ ਗਿਰਦੇ ਤੀਰ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੱਖਾਂ ਨੂੰ ਬੰਦ ਕਰ ਲਿਆ। ਬਹੁਤ ਦਿਨਾਂ ਤੱਕ ਬੈਠੇ ਰਹੇ। ਆਪਣੇ ਸਰੀਰ ਦੀ ਵੀ ਉਹਨਾਂ ਨੂੰ ਸੁੱਧ ਨਾ ਰਹੀ, ਸਮਾਧੀ ਲੀਨ ਹੋ ਗਏ।
ਕਹਿੰਦੇ ਨੇ ਕਿ ਇੰਨੇ ਜ਼ਿਆਦਾ ਦਿਨ ਬਾਹਰ ਬੈਠੇ ਰਹੇ ਕਿ ਹੌਲੀ ਹੌਲੀ ਆਲੇ ਦੁਆਲੇ ਘਾਹ ਉੱਗ ਗਏ। ਕਿਤਕ ਅੰਗ ਛਾਦਨ ਹੋਏ ਗਏ, ਨਰ ਤਹਿ ਆਵਤ ਦੇਖਤ ਪਏ। ਆਲੇ ਦੁਆਲੇ ਜਿਹੜਾ ਘਾਹ ਉੱਗਿਆ ਹੈ, ਉਸ ਘਾਹ ਨੇ ਮਾਨੋ ਕਿ ਬਹੁਤ ਸਾਰੇ ਸਤਿਗੁਰਾਂ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਢੱਕ ਲਿਆ। ਲੋਕੀ ਆਉਂਦੇ ਨੇ, ਜਾਂਦੇ ਨੇ, ਦੇਖਦੇ ਨੇ, ਪਰ ਕੋਈ ਵੀ ਉਹਨਾਂ ਨੂੰ ਸਮਾਧੀ ਤੋਂ ਉਪਰਾਮ ਕਰਨ ਦਾ ਯਤਨ ਨਹੀਂ ਕਰਦਾ। ਆਪੇ ਕਹਿਓ ਆਪ ਹੀ ਮਾਨੈ, ਲੀਲਾ ਗੁਪਤ ਨ ਕੋ ਜਾਣੈ। ਲੋਕੀ ਵਿਚਾਰਾਂ ਕਰਦੇ ਨੇ ਕਿ ਗੁਰੂ ਨਾਨਕ ਰੂਪ ਹੋ ਕੇ ਕੋਈ ਬਚਨ ਕਹਿ ਜਾਂਦੇ ਨੇ ਤੇ ਗੁਰੂ ਅੰਗਦ ਦਾ ਰੂਪ ਬਣ ਕੇ ਆਪੇ ਹੀ ਉਸ ਬਚਨ ਨੂੰ ਪੂਰਾ ਕਰਦੇ ਨੇ। ਲੀਲਾ ਗੁਪਤ ਨਾ ਕੋ ਜਾਣੈ, ਕਹਿੰਦੇ ਨੇ ਕਿ ਲੀਲਾ ਐਸੀ ਗੁਪਤ ਹੈ ਕਿ ਜਿਹਨੂੰ ਕੋਈ ਵੀ ਜਾਣ ਨਹੀਂ ਸਕਦਾ। ਸ੍ਰੀ ਨਾਨਕ ਜੀ ਸਭ ਬਿਦ ਜਾਨੀ, ਆਸਣ ਲਾਏ ਸਮਾਧੀ ਠਾਨੀ। ਦੂਸਰੇ ਪਾਸੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੀ ਵਿਧੀ ਨੂੰ ਜਾਣ ਲਿਆ ਹੈ ਕਿ ਆਸਣ ਨੂੰ ਲਾ ਕੇ ਅੰਗਦ ਬੈਠਾ ਹੋਇਆ ਔਰ ਸਮਾਧੀ ਲੈਣ ਹੋਇਆ ਹੋਇਆ। ਤਪ ਬੜ ਕੀਨ ਖੇਦ ਕੋ ਪਾਏ, ਅੰਤਰ ਜਾਮੀ ਤਤ ਛਿਨ ਆਏ। ਵੱਡਾ ਤਪ ਕਰ ਰਿਹਾ ਹੈ ਔਰ ਬੜੇ ਖੇਦ ਨੂੰ ਚੱਲ ਰਿਹਾ ਹੈ। ਇਸ ਗੱਲ ਨੂੰ ਜਾਣਿਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜੋ ਕਿ ਅੰਤਰਜਾਮੀ ਨੇ, ਤੇ ਤਤ ਛਿਨ ਹੀ ਦਰਸ਼ਨ ਦੇਣ ਦੇ ਵਾਸਤੇ ਉੱਥੇ ਪਹੁੰਚ ਗਏ। ਪਕਰ ਜਗਾਇਓ ਦੇਖ ਕੀਆ ਨਮੋ, ਵਸਤਰ ਮੰਗਾਏ ਪ੍ਰਭੂ ਤੇ ਸਮੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਫੜ ਕੇ ਹਿਲਾਇਆ, ਸਮਾਧੀ ਤੋਂ ਥੱਲੇ ਉਤਾਰਿਆ, ਤੇ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਾਹਮਣੇ ਦੇਖਿਆ ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ। ਇਸ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੋਹਣੇ ਨਵੇਂ ਜਿਹੜੇ ਵਸਤਰ ਸੀ ਨਾ, ਉਹ ਗੁਰੂ ਅੰਗਦ ਜੀ ਦੇ ਵਾਸਤੇ ਮੰਗਾਏ। ਸਭ ਪੁਸ਼ਾਕ ਸੁੰਦਰ ਪਹਿਰਾਈ, ਲੈ ਕਰ ਗਏ ਗ੍ਰਾਮ ਗੋਸਾਈ। ਸੁੰਦਰ ਨਵੀਂ ਪੁਸ਼ਾਕ ਪਹਿਨਾ ਕੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਬੈਠੇ ਨੇ, ਕਿਉਂਕਿ ਸਮਾਧੀ ਉਹਨਾਂ ਨੇ ਪਿੰਡ ਤੋਂ ਬਾਹਰ ਹੀ ਲਾਈ ਸੀ। ਜਹ ਤਪ ਸ੍ਰੀ ਅੰਗਦ ਜੀ ਕਰਿਓ, ਤਪਿਆ ਨਾ ਤਹ ਨਾਮ ਸੋ ਧਰਿਓ। ਹੁਣ ਬਾਬਾ ਬੁੱਢਾ ਜੀ ਸੁਣਾ ਰਹੇ ਨੇ ਸਾਖੀ, ਕਹਿੰਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਤਪ ਦੀ ਸਾਧਨਾ ਕੀਤੀ ਸੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਪਿੰਡੋਂ ਬਾਹਰ ਵਾਰ ਤਪਿਆਨਾ ਤਹ ਨਾਮ ਸੋ ਧਰਿਓ, ਉਸ ਜਗ੍ਹਾ ਦਾ ਨਾਮ ਹੈ ਤਪਿਆਨਾ। ਔਰ ਉਸ ਜਗ੍ਹਾ ਦੇ ਉੱਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ, ਜਿਸ ਗੁਰਦੁਆਰੇ ਦਾ ਨਾਮ ਹੈ ਤਪਿਆਣਾ ਸਾਹਿਬ। ਕਹਿਓ ਬਾਕ ਤੁਮ ਕਿਉ ਤਪ ਤਾਰਾ, ਬੈਠਣ ਸਹਿਜ ਸੁਭਾਵ ਉਚਾਰਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ हे ਪੁਰਖਾ, ਤੂੰ ਕਿਉਂ ਇੰਨਾ ਵੱਡਾ ਤਪ ਧਾਰਨ ਕੀਤਾ? ਮੈਂ ਤੇ ਸਹਿਜ ਸੁਭਾਅ ਬਚਨ ਕੀਤਾ ਸੀ ਕਿ ਤੂੰ ਇੱਥੇ ਬੈਠਾ ਰਹਿ, ਮੈਂ ਕਰਤਾਰਪੁਰ ਨੂੰ ਜਾਣਾ। ਵਹਿਰ ਬੈਠ ਤੁਮ ਦਿਓਸ ਬਿਤਾਏ, ਦੇਖ ਦਿਸ਼ਾ ਹਮ ਆਣ ਜਗਾਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੈਠਿਆਂ ਬੈਠਿਆਂ ਤੂੰ ਬਹੁਤ ਸਾਰੇ ਦਿਨ ਬਤੀਤ ਕਰ ਦਿੱਤੇ ਨੇ, ਤੇਰੀ ਦਸ਼ਾ ਨੂੰ ਦੇਖ ਕੇ ਅਸੀਂ ਤੈਨੂੰ ਆਣ ਕੇ ਸਮਾਧੀ ਤੋਂ ਉਪਰਾਮ ਕੀਤਾ। ਤੋਵ ਦੁਖ ਤੇ ਹਮ ਨੇ ਦੁਖ ਲਹਿਓ, ਏਕ ਪਾਇਓ ਕਛ ਭੇਦ ਨਾ ਰਹਿਓ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਦੁੱਖ ਨੂੰ ਦੇਖ ਕੇ ਸਾਨੂੰ ਵੀ ਦੁੱਖ ਲੱਗਿਆ। ਮਾਨੋ ਕਿ ਮੇਰਾ ਤੇ ਤੇਰਾ ਹੁਣ ਇੱਕ ਰੂਪ ਹੈ, ਜੇ ਤੇਰੇ ਸਰੀਰ ਨੂੰ ਦੁੱਖ ਲੱਗੇਗਾ ਤੇ ਮੈਨੂੰ ਵੀ ਦੁੱਖ ਲੱਗੇਗਾ। ਇਸ ਤਰੀਕੇ ਦੇ ਨਾਲ ਮੈਂ ਤੈਨੂੰ ਹੁਣ ਆਣ ਕੇ ਸਮਾਧੀ ਤੋਂ ਉਪਰਾਮ ਕੀਤਾ। ਮੈਂ ਤੁਮਰੇ ਹਿਤ ਤਪਿਓ ਬਿਸਾਲਾ, ਨਿਜ ਆਨੰਦ ਮੇ ਰਹੋ ਸੁਖਾਲਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਹਿੱਤ ਦੇ ਵਾਸਤੇ ਮੈਂ ਬਹੁਤ ਜ਼ਿਆਦਾ ਤਪਿਆ ਹਾਂ। ਨਿਜ ਆਨੰਦ ਮੇ ਰਹੋ ਸੁਖਾਲਾ, ਹੁਣ ਤੂੰ
ਨਿਜ ਆਨੰਦ ਦੇ ਵਿੱਚ ਆਨੰਦ ਦੇ ਨਾਲ ਰਹਿਣਾ। ਮੈਂ ਆਪਣੋ ਬੜ ਦੀਨ ਸਿੰਘਾਸਨ, ਬੈਠੋ ਬਹੁ ਆਨੰਦ ਲੈ ਆਸਣ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਆਪਣਾ ਜਿਹੜਾ ਵੱਡਾ ਸਿੰਘਾਸਨ ਹੈ ਉਹ ਤੁਹਾਨੂੰ ਸੌਂਪਿਆ ਹੈ। ਬੈਠੋ ਬਹੁ ਆਨੰਦ ਲੈ ਆਸਣ, ਆਸਣ ਤੇ ਬੈਠ ਕੇ ਤੁਸੀਂ ਆਨੰਦ ਲਓ। ਮੇਰੇ ਜਿਆਦਾ ਸੋ ਪੰਥ ਕੀ ਕਰੋ, ਸਿੱਖੀ ਰੀਤ ਜਗਤ ਬਿਸਤਰੋ। ਕਹਿੰਦੇ ਨੇ ਕਿ ਪੰਥ ਦੀ ਜਿਹੜੀ ਮਰਜ਼ਾਦਾ ਹੈ ਉਸ ਨੂੰ ਕਰੋ, ਸਿੱਖੀ ਦੀ ਜਿਹੜੀ ਰੀਤੀ ਹੈ ਨਾ ਉਸ ਦਾ ਜਗਤ ਦੇ ਵਿੱਚ ਵਿਸਥਾਰ ਕਰੋ। ਭਾਈ ਗੁਰਦਾਸ ਜੀ ਆਪਣੀ ਵਾਰ ਪਹਿਲੀ ਦੀ 45ਵੀਂ ਪੌੜੀ ਦੇ ਵਿੱਚ ਇਸ ਤਰ੍ਹਾਂ ਲਿਖਦੇ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਾਰੇ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹੀ ਬਚਨ ਕਰਦੇ ਨੇ ਕਿ ਤੁਸੀਂ ਪੰਥ ਦੀ ਜਿਹੜੀ ਮਰਜ਼ਾਦਾ ਹੈ ਉਸ ਨੂੰ ਰੱਖਣਾ ਹੈ ਔਰ ਸਿੱਖੀ ਦੀ ਰੀਤੀ ਨੂੰ ਜਗਤ ਦੇ ਵਿੱਚ ਫੈਲਾਉਣਾ ਹੈ। ਸੁਣ ਕੇ ਹਾਥ ਜੋੜ ਕਹਿ ਸੋਏ, ਇਹ ਸਭ ਕਾਰਜ ਤੁਮ ਤੇ ਹੋਏ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਹੁਕਮ ਦਿੱਤਾ ਤੇ ਹੁਕਮ ਨੂੰ ਸੁਣ ਕੇ ਹੱਥ ਜੋੜ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ। ਕਹਿੰਦੇ ਨੇ ਇਹ ਸਭ ਕਾਰਜ ਤੁਮ ਤੇ ਹੋਏ। ਇਹ ਸੱਚੇ ਪਾਤਸ਼ਾਹ, ਇਹ ਗਰੀਬ ਨਵਾਜ, ਇਹ ਜਿਹੜਾ ਕੰਮ ਹੈ ਨਾ ਇਹ ਤੁਸੀਂ ਆਪੇ ਹੀ ਕਰਨਾ। ਆਪ ਸਕਲ ਬਿਦ ਹੋ ਸਮਰੱਥ, ਚਾਹੋ ਸੋ ਕਰੋ ਤੁਮਾਰੇ ਹੱਥ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸੱਚੇ ਪਾਤਸ਼ਾਹ ਤੁਸੀਂ ਹਰ ਇੱਕ ਪ੍ਰਕਾਰ ਦੇ ਨਾਲ, ਹਰ ਇੱਕ ਵਿਧੀ ਦੇ ਨਾਲ ਸਮਰੱਥ ਹੋ, ਜੋ ਚਾਹੋ ਸੋ ਕਰ ਸਕਦੇ ਹੋ। ਇਹ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਤੁਹਾਡੇ ਹੱਥ ਦੇ ਵਿੱਚ ਹੈ। ਅੰਕ ਲਗਾਇਓ ਪਏ ਪਰਸਨ, ਭੋਇ ਅੰਗਦ ਤੁਮ ਕੋ ਧਨ ਧਨ। ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੱਫੀ ਦੇ ਵਿੱਚ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਲਿਆ। ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਗੁਰੂ ਅੰਗਦ ਨੂੰ ਕਹਿੰਦੇ ਨੇ, ਇਹ ਅੰਗਦ ਤੂੰ ਧਨਤਾ ਦੇ ਯੋਗ। ਤੁਮ ਮੈਂ ਹੋਏ ਹਮ ਕਾਰਜ ਕਰ, ਜਾਗੇ ਉਧਾਰ ਸਿੱਖੀ ਬਿਸਤਰੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਸਰੂਪ ਦੇ ਵਿੱਚ ਹੀ ਆਣ ਕੇ ਅਸੀਂ ਸਾਰੇ ਕੰਮ ਕਰਨੇ ਨੇ। ਜਾਗੇ ਉਧਾਰ ਸਿੱਖੀ ਬਿਸਤਰੈ, ਤੇਰੇ ਸਰੀਰ ਦੇ ਵਿੱਚ ਹੀ ਮਨ ਨੂੰ ਪ੍ਰਵੇਸ਼ ਕਰਕੇ ਅਸੀਂ ਦੁਨੀਆ ਦਾ ਉਧਾਰ ਕਰਨਾ ਹੈ ਔਰ ਸਿੱਖੀ ਦਾ ਵਿਸਥਾਰ ਕਰਨਾ ਹੈ। ਇਮ ਸ੍ਰੀ ਨਾਨਕ ਕੀ ਕਥਾ, ਬ੍ਰਿਧ ਨੇ ਸਭਨ ਸੁਨਾਏ। ਸੰਸੈ ਕਰੇ ਨਿਵਰਤ ਔਰ ਗੁਰ ਮਹਿਮਾ ਅਧਿਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਬਾਬਾ ਬੁੱਢਾ ਜੀ ਨੇ ਸਾਰਿਆਂ ਨੂੰ ਸੁਣਾਇਆ ਹੈ। ਸੰਸੇ ਕਰੇ ਨਿਵਰਤ ਔਰ ਗੁਰ ਮਹਿਮਾ ਅਧਿਕਾਏ। ਸਾਰਿਆਂ ਦੇ ਮਨਾਂ ਦੇ ਸੰਸਿਆਂ ਨੂੰ ਦੂਰ ਕੀਤਾ ਤੇ ਗੁਰੂ ਦੀ ਵੱਡੀ ਮਹਿਮਾ ਨੂੰ ਪ੍ਰਗਟ ਕਰਕੇ ਦਿਖਾਇਆ। ਸੇਵ ਕਮਾਏ ਜਨਾਵੈ ਨਾਹੀ, ਕੁਛ ਹੰਕਾਰ ਨ ਧਾਰੇ ਔਰ ਮਾਹੀ। ਜਿਹੜਾ ਸੇਵਾ ਕਮਾਏ ਉਸ ਨੂੰ ਸੇਵਾ ਜਨਾਉਣੀ ਨਹੀਂ ਚਾਹੀਦੀ। ਰਤਾ ਪਰ ਵੀ ਸੇਵਾ ਦੇ ਉੱਤੇ ਹੰਕਾਰ ਨਹੀਂ ਕਰਨਾ ਚਾਹੀਦਾ। ਫਲ ਕੀ ਨਹੀਂ ਬਾਸ਼ਨਾ ਧਰੈ, ਤਉ ਗੁਰੂ ਆਗੈ ਲੇਖੈ ਪਰੈ। ਕਵੀ ਜੀ ਕਹਿੰਦੇ ਨੇ ਕਿ ਫਲ ਦੀ ਆਸ਼ਾ ਨਹੀਂ ਰੱਖਣੀ ਚਾਹੀਦੀ। ਕੋਈ ਵੀ ਜਿਹੜੀ ਵਾਸਨਾ ਹੈ ਉਸ ਨੂੰ ਧਾਰਨ ਨਹੀਂ ਕਰਨਾ ਚਾਹੀਦਾ। ਜਿਹੜਾ ਮਨੁੱਖ ਸੇਵਾ ਕਰਦਾ ਹੈ, ਫਲ ਦੀ ਇੱਛਾ ਨਹੀਂ ਰੱਖਦਾ, ਕਿਸੇ ਲਾਲਸਾ ਨੂੰ ਧਾਰਨ ਨਹੀਂ ਕਰਦਾ, ਤਉ ਗੁਰੂ ਆਗੈ ਲੇਖੈ ਪਰੈ, ਤਾਂ ਉਹਦੀ ਕੀਤੀ ਹੋਈ ਜਿਹੜੀ ਸੇਵਾ ਹੈ ਨਾ ਗੁਰੂ ਦੀ ਦਰਗਾਹ ਦੇ ਵਿੱਚ ਲੇਖੇ ਪੈਂਦੀ। ਨਾਹਿ ਤਾਂ ਸੇਵਾ ਕਰਨ ਮਝਾਰੀ, ਰਹਿ ਨੂਣ ਤਾ ਲਖੈ ਵਿਚਾਰੀ। ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤੇ ਸੇਵਾ ਕਰਨ ਦੇ ਵਿੱਚ ਮਾਨੋ ਕਿ ਊਣਤਾ ਹੀ ਰਹਿ ਜਾਂਦੀ। ਗੁਰੂ ਗੋਰ ਮੈਂ ਮੁਰਦਾ ਹੋਏ, ਪਾਵੇ ਭਲੇ ਪਰਮ ਪਦ ਸੋਏ। ਕਹਿੰਦੇ ਨੇ ਕਿ ਗੁਰੂ ਦੀ ਗੋਰ ਦੇ ਵਿੱਚ ਤਾਂ ਹੀ ਸਮਾਇਆ ਜਾ ਸਕਦਾ ਹੈ
ਜੇਕਰ ਮੁਰਦਾ ਹੋ ਜਾਏ। ਪਾਵਹਿ ਭਲੇ ਪਰਮ ਪਦ ਸੋਏ। ਐਸੇ ਹੀ ਮਨੁੱਖ ਨੂੰ ਕਹਿੰਦੇ ਨੇ ਕਿ ਭਲੇ ਜਿਹੜੇ ਪਰਮ ਪਦ ਦੀ ਪ੍ਰਾਪਤੀ ਹੈ ਨਾ ਉਹ ਹੁੰਦੀ। ਅੰਗ ਹਿਲਾਏ ਨ ਆਪ ਜਨਾਵੇ, ਗੁਰ ਪਾਣੇ ਮੇ ਨਿਤ ਹਰ ਖਾਵੇ। ਐਸੇ ਸਿੱਖ ਨੂੰ ਚਾਹੀਦਾ ਹੈ ਕਿ ਬਿਲਕੁਲ ਮੁਰਦਾ ਹੋ ਜਾਵੇ, ਮੁਰਦਾ ਹੋਏ ਮਰੀਦ। ਅੰਗ ਹਿਲਾਏ ਨਾ ਆਪ ਜਨਾਵੇ, ਆਪਣੇ ਆਪ ਨੂੰ ਮੁਰਦਾ ਸਮਝੇ, ਆਪਣੇ ਅੰਗਾਂ ਨੂੰ ਵੀ ਮਾਨੋ ਨਾ ਹਿਲਾਵੇ। ਗੁਰ ਭਾਣੇ ਮੇ ਨਿਤ ਹਰ ਖਾਵੇ, ਤੇ ਗੁਰੂ ਦੇ ਭਾਣੇ ਦੇ ਵਿੱਚ ਹਮੇਸ਼ਾ ਖੁਸ਼ ਰਹੇ। ਜੇ ਗੁਰ ਜ਼ਹਰ ਦੇ ਸਿੱਖ ਹੀ ਕੋ, ਪਾਣ ਕਰੇ ਨਿਰਸੰਸੈ ਹੀ ਕੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇ ਗੁਰੂ ਆਪਣੇ ਸਿੱਖ ਨੂੰ ਜ਼ਹਿਰ ਵੀ ਦਵੇ ਤਾਂ ਵੀ ਉਸ ਜ਼ਹਿਰ ਨੂੰ ਲੈ ਕੇ ਪਾਣ ਕਰ ਲਵੇ, ਪੀ ਲਵੇ, ਰਤਾ ਪਰ ਵੀ ਉਸ ਦੇ ਵਿੱਚ ਸ਼ੰਕਾ ਨਾ ਕਰੇ ਕਿ ਮੈਂ ਜ਼ਹਿਰ ਕਿਉਂ ਪੀਵਾਂ। ਮਨ ਜਾਣੈ ਮਮ ਭਲਾ ਕਰਨ ਤੇ, ਗੁਰ ਦਿਸ਼ ਦੋਸ਼ ਨਹੀਂ ਚਿਤਵੰਤੇ। ਸਿੱਖ ਨੂੰ ਚਾਹੀਦਾ ਹੈ ਕਿ ਜੇ ਜ਼ਹਿਰ ਗੁਰੂ ਦੇਵੇ ਤੇ ਉਸ ਨੂੰ ਵੀ ਖੁਸ਼ੀ ਦੇ ਨਾਲ ਪ੍ਰਵਾਨ ਕਰ ਲਵੇ, ਤੇ ਮਨ ਦੇ ਵਿੱਚ ਇਹ ਸਮਝੇ ਕਿ ਜੇਕਰ ਜ਼ਹਿਰ ਦੇ ਰਹੇ ਨੇ ਤਾਂ ਵੀ ਇਹ ਮੇਰਾ ਭਲਾ ਹੀ ਕਰ ਰਹੇ ਨੇ। ਗੁਰ ਦਿਸ਼ ਦੋਸ਼ ਨਹੀਂ ਚਿਤਵਤੇ। ਗੁਰੂ ਦੇ ਸਿੱਖ ਨੂੰ ਚਾਹੀਦਾ ਹੈ ਕਿ ਕਦੇ ਵੀ ਆਪਣੇ ਗੁਰੂ ਦੇ ਵਿੱਚ ਦੋਸ਼ ਨਾ ਕੱਢੇ। ਸਿਰ ਤਰ ਤਲੀ ਗਲੀ ਗੁਰ ਬਰੈ, ਮ੍ਰਿਤ ਸਮ ਰਹਿ ਤਰਕ ਨਹੀਂ ਕਰੈ। ਕਹਿੰਦੇ ਨੇ ਕਿ ਸਿੱਖ ਨੂੰ ਚਾਹੀਦਾ ਹੈ ਕਿ ਆਪਣੇ ਸਿਰ ਨੂੰ ਤਲੀ ਦੇ ਉੱਤੇ ਰੱਖ ਕੇ ਫਿਰ ਗੁਰੂ ਦੀ ਗਲੀ ਦੇ ਵਿੱਚ ਵੜੇ, ਆਪਣੇ ਆਪ ਨੂੰ ਮੁਰਦਾ ਸਮਝੇ, ਰਤਾ ਪਰ ਵੀ ਕੋਈ ਤਰਕ ਪੇਸ਼ ਨਾ ਕਰੇ। ਕਿਉਂਕਿ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਪਾਠ ਹੁੰਦਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਤੈਨੂੰ ਪ੍ਰੇਮ ਦਾ ਖੇਡਣ ਦਾ ਚਾਹ ਹੈ ਨਾ, ਤੇ ਕਹਿੰਦੇ ਨੇ ਕਿ ਫੇਰ ਸਿਰ ਨੂੰ ਤਲੀ ਦੇ ਉੱਤੇ ਰੱਖ ਕੇ ਫੇਰ ਮੇਰੇ ਵਾਲਾ। ਇਸ ਤਰੀਕੇ ਦੇ ਨਾਲ ਸਿੱਖ ਨੂੰ ਹੋਣਾ ਚਾਹੀਦਾ। ਸਿੱਖੀ ਤਿੱਖੀ ਤਲਵਾਰ ਦੀ ਧਾਰ ਨਾਲੋਂ, ਸਹਿਜੇ ਮੁਕਤ ਪਾਏ ਲੰਘ ਜਾਏ। ਜਿਹੜਾ ਰਿੱਧ ਸਿੱਧ ਨੌ ਨਿੱਧ ਦਾ ਬਣੇ ਮਾਲਕ, ਮੁਰਦਾ ਹੋ ਗੁਰ ਗੋਰ ਸਮਾਏ। ਜਿਹੜਾ ਜਿਉਂਦਾ ਮਰ ਜਾਵੇ ਪਾਵੇ ਮੋਖ ਪਦਵੀ, ਜਿਉਂਦਾ ਮਰ ਜਾਵੇ ਪਾਵੇ ਮੋਖ ਪਦਵੀ। ਮਨ ਮਾਰ ਨਾ ਆਪਾ ਜਨਾਏ। ਜਿਹੜਾ ਵਾਂਗ ਨੱਟ ਦੇ ਡਿੱਗ ਕੇ ਮਰ ਜਾਵੇ, ਅੱਖ ਫਰਕ ਜੇ ਰਿਦਾ ਡੁਲਾਏ। ਜਿਹੜਾ ਹੈ ਸਿੱਖੀ ਤੇ ਹਉਮੈ ਦਾ ਵੈਰ ਪਾਰਾ, ਹੈ ਸਿੱਖੀ ਤੇ ਹਉਮੈ ਦਾ ਵੈਰ ਪਾਰਾ। ਖਾਲੀ ਰਹਿ ਜਾਏ ਹਉਮੈ ਜਨਾਏ। ਜਿਹੜਾ ਸਿੱਖੀ ਫਿੱਕੀ ਅਲੂਣੀ ਸਲ ਚਟਣੀ ਹੈ, ਅੰਤ ਅਮਰ ਹੋ ਸਿਦਕ ਨਿਭਾਏ। ਜਿਹੜਾ ਧਨ ਗੁਰੂ ਤੇ ਗੁਰੂ ਦੀ ਧਨ ਸਿੱਖੀ, ਧਨ ਗੁਰੂ ਤੇ ਗੁਰੂ ਦੀ ਧਨ ਸਿੱਖੀ। ਪਾਏ ਉਹ ਜੋ ਜੋਧ ਕਮਾਏ। ਜਿਹੜਾ ਗਲੀ ਯਾਰ ਦੀ ਵੜੇ ਕਰਤਾਰ ਸਿੰਘਾ, ਸਿਰ ਤਲੀ ਤੇ ਪਹਿਲਾਂ ਟਿਕਾਏ। ਜਿਹੜਾ ਕਰਤਾਰ ਸਿੰਘ ਜੀ ਕਲਾਸ ਵਾਲੇ ਵੀ ਇਸੇ ਗੱਲ ਦਾ ਜ਼ਿਕਰ ਕਰਦੇ ਨੇ ਕਿ ਪਹਿਲਾਂ ਆਪਣੇ ਸਿਰ ਨੂੰ ਤਲੀ ਦੇ ਉੱਤੇ ਰੱਖ ਲੈ, ਫਿਰ ਯਾਰ ਦੀ ਗਲੀ ਦੇ ਵਿੱਚ ਵੜੇ। ਇਸੇ ਗੱਲ ਦਾ ਜ਼ਿਕਰ ਕਰਦੇ ਨੇ ਭਾਈ ਸੰਤੋਖ ਸਿੰਘ ਜੀ ਕਿ ਸਿਰ ਧਰ ਤਲੀ ਗਲੀ ਗੁਰ ਭਰੈ, ਮ੍ਰਿਤ ਸਮ ਰਹਿ ਤਰਕ ਨਹੀਂ ਕਰੈ। ਮਹਾ ਕਠਨ ਸਤ ਗੁਰ ਕੀ ਸੇਵਾ, ਜਿਨੋ ਕਰੀ ਸੋ ਜਾਣੈ ਪੇਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਦੀ ਸੇਵਾ ਕਰਨੀ ਬਹੁਤ ਔਖੀ ਹੈ, ਬੜੀ ਕਠਨ ਹੈ। ਜਿਨੋ ਕਰੀ ਸੋ ਜਾਣੈ ਪੇਵਾ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਹੈ ਉਹੀ ਸੇਵਾ ਦੇ ਭੇਦ ਨੂੰ ਜਾਣਦੇ ਨੇ। ਲਹਿ ਏਕਤਾ ਗੁਰ ਮੈਂ ਸੋਈ, ਆਵਣ ਜਾਣ ਨਹੀਂ ਪੁਨ ਹੋਈ। ਕਵੀ ਜੀ ਲਿਖਦੇ ਨੇ ਕਿ ਜਿਹੜਾ ਇਹਨਾਂ ਆਸ਼ਿਆਂ ਨੂੰ ਸਮਝਦਾ ਹੈ ਉਹੀ ਗੁਰੂ ਦੇ ਵਿੱਚ ਇਕਮਿਕ ਹੋ ਕੇ ਸਮਾਉਂਦਾ ਹੈ। ਉਸ ਦਾ ਦੁਨੀਆ ਦੇ ਉੱਤੇ ਆਉਣਾ ਜਾਣਾ ਫੇਰ ਮੁੱਕ ਜਾਂਦਾ ਹੈ। ਕੋਟ ਜਨਮ ਕੋ ਭ੍ਰਮਣ ਰਹਿਓ,
दुर्लभ देह को फल जुत लहियो। ऐसा जिहड़ा सिख है ਉਹ मानो कि ਕਰੋੜਾਂ ਜਨਮਾਂ ਦੇ ਭਰਮਾਂ ਦੇ ਵਿੱਚੋਂ ਬਚ ਜਾਂਦਾ ਹੈ। ਦੁਰਲਭ ਦੇਹ ਕੋ ਫਲ ਜੁਤ ਲਹਿਓ, ਇਹ ਜਿਹੜੀ ਮਾਨਸ ਦੇਹੀ ਦੁਰਲਭ ਹੈ, ਇਸ ਦੇ ਫਲ ਨੂੰ ਉਹ ਪ੍ਰਾਪਤ ਕਰ ਲੈਂਦਾ। ਮਹਾ ਕਸ਼ਟ ਤੇ ਗੁਰੂ ਬਚਾਵੇ, ਨਹੀਂ ਅਪਰ ਤੇ ਅਸ ਫਲ ਪਾਵੇ। ਵੱਡੇ ਕਸ਼ਟਾਂ ਤੋਂ ਗੁਰੂ ਆਪਣੇ ਸਿੱਖ ਨੂੰ ਹੱਥ ਦੇ ਕੇ ਬਚਾ ਲੈਂਦਾ ਹੈ। ਨਹੀਂ ਅਪਰ ਤੇ ਫਲ ਅਸ ਪਾਵੇ, ਪਰ ਹੋਰਨਾਂ ਤੋਂ ਐਸੇ ਕਦੇ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਵੱਡੇ ਭਾਗ ਤੇ ਲਹਿ ਗੁਰ ਸੇਵਾ, ਧੰਨ ਪੁਰਖ ਜੋ ਜਾਣੈ ਪੇਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ। ਧੰਨ ਪੁਰਖ ਜੋ ਜਾਣੈ ਪੇਵਾ, ਉਹ ਪੁਰਖ ਦੁਨੀਆ ਦੇ ਵਿੱਚ ਧਨਤਾ ਦੇ ਯੋਗ ਨੇ ਜਿਹੜੇ ਕਿ ਇਸ ਮਰਮ ਨੂੰ ਜਾਣਦੇ ਨੇ। ਪਰਮੇਸ਼ਰ ਜਬ ਹੋਏ ਪ੍ਰਸੰਨ, ਗੁਰੂ ਮਿਲਾਏ ਬਣਾਵੇ ਤਨ। ਕਹਿੰਦੇ ਨੇ ਕਿ ਜਦੋਂ ਮਨੁੱਖ ਦੇ ਉੱਤੇ ਪਰਮੇਸ਼ਰ ਬਹੁਤ ਜ਼ਿਆਦਾ ਪ੍ਰਸੰਨ ਹੁੰਦਾ ਹੈ, ਉਦੋਂ ਹੀ ਗੁਰੂ ਦਾ ਜਿਹੜਾ ਮਿਲਾਪ ਹੈ ਨਾ, ਉਹ ਮਨੁੱਖ ਨੂੰ ਹੁੰਦਾ ਹੈ। ਤੇ ਜਦੋਂ ਗੁਰੂ ਦਾ ਮਿਲਾਪ ਹੁੰਦਾ ਹੈ, ਉਸ ਵੇਲੇ ਮਨੁੱਖ ਮਾਨੋ ਕਿ ਧਨਤਾ ਦੇ ਯੋਗ ਹੋ ਜਾਂਦਾ ਹੈ। ਗੁਰ ਪ੍ਰਸੰਨ ਹੋਏ ਸੇਵ ਕਰਨ ਤੇ, ਪ੍ਰਭੂ ਮਿਲਾਏ ਕਰੈ ਭਗਵੰਤੇ। ਤੇ ਜਦੋਂ ਕੋਈ ਗੁਰੂ ਦੀ ਸੇਵਾ ਕਰਕੇ ਗੁਰੂ ਨੂੰ ਰਿਝਾ ਲੈਂਦਾ ਹੈ, ਗੁਰੂ ਨੂੰ ਪ੍ਰਸੰਨ ਕਰ ਲੈਂਦਾ ਹੈ, ਪ੍ਰਭੂ ਮਿਲਾਏ ਕਰੈ ਭਗਵੰਤੇ, ਤੇ ਫਿਰ ਗੁਰੂ ਜਿਹੜਾ ਹੈ ਨਾ, ਉਹ ਪ੍ਰਭੂ ਦੇ ਨਾਲ, ਅਕਾਲ ਪੁਰਖ ਦੇ ਨਾਲ ਅਭੇਦ ਕਰ ਦਿੰਦਾ ਹੈ। ਉਸ ਸਿੱਖ ਨੂੰ ਇਸ ਤਰੀਕੇ ਦੇ ਨਾਲ ਉਸ ਦੇ ਵੱਡੇ ਭਾਗ ਜਾਗ ਪੈਂਦੇ। ਇਸ ਬਿਦ ਸਿੱਖਣ ਬਿਖੈ ਪ੍ਰਸੰਗ, ਮਹਿਮਾ ਜਾਣ ਰਹੇ ਗੁਰ ਸੰਗ। ਕਹਿੰਦੇ ਨੇ ਕਿ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਭਾਈ ਬਾਬਾ ਬੁੱਢਾ ਜੀ ਨੇ ਕਥਨ ਕੀਤੇ ਪ੍ਰਸੰਗ ਸਿੱਖਾਂ ਵਿੱਚ ਹੋਏ, ਜਿਨ੍ਹਾਂ ਤੋਂ ਗੁਰੂ ਸੇਵਾ ਦੀ ਮਹਿਮਾ ਜਾਣ ਕੇ ਅਭਿਮਾਨ ਵਿੱਚ ਜੋ ਆਏ ਸਨ, ਸੋ ਸੰਗ ਰਹੇ ਭਾਵ ਕੇ ਸਨਮੁਖ ਰਹੇ। ਕਹਿਣ ਤੋਂ ਭਾਵ ਇਹ ਹੈ ਕਿ ਇਸ ਤਰ੍ਹਾਂ ਦੀ ਜਦੋਂ ਸਾਖੀ ਸੁਣਾਈ ਕਿ ਇੰਨੀ ਵੱਡੀ ਸੇਵਾ ਕੀਤੀ ਗੁਰੂ ਅੰਗਦ ਜੀ ਨੇ, ਤਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ। ਤੇ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਇਹ ਸੋਚਿਆ ਹੋਇਆ ਸੀ ਕਿ ਅਸੀਂ ਵੱਡੀ ਸੇਵਾ ਗੁਰੂ ਘਰ ਦੀ ਕੀਤੀ ਹੈ, ਉਹਨਾਂ ਦੇ ਮਨ ਦਾ ਭਰਮ ਭੁਲੇਖਾ ਦੂਰ ਹੋਇਆ ਕਿ ਸਾਡੇ ਤੋਂ ਵੀ ਵੱਡੀ ਸੇਵਾ ਗੁਰੂ ਅੰਗਦ ਨੇ ਕੀਤੀ ਸੀ। ਅਸੀਂ ਤੇ ਗੁਰੂ ਅੰਗਦ ਦੀ ਸੇਵਾ ਕੀਤੀ ਹੋਏ ਦੇ ਰਤਾ ਵੀ ਤੁਲ ਨਹੀਂ। ਆਪਾ ਨਹੀਂ ਜਨਾਏ ਗੁਰ ਆਗੇ, ਨਿਸ ਦਿਨ ਰਹਿ ਸੇਵ ਮੈਂ ਲਾਗੇ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਐਸੇ ਸਨ ਜਿਨ੍ਹਾਂ ਨੇ ਕਦੇ ਵੀ ਆਪਾ ਭਾਵ ਨੂੰ ਸਤਿਗੁਰਾਂ ਦੇ ਅੱਗੇ ਨਹੀਂ ਜਨਾਇਆ, ਤੇ ਰਾਤ ਦਿਨ ਉਹ ਸੇਵਾ ਦੇ ਵਿੱਚ ਲੱਗੇ ਰਹੇ। ਏ ਮਸੀਰੀ ਅਮਰਤ ਸਰ ਕਰ ਪੂਰਨ, ਮਹਿਮਾ ਬਰਨ ਪਾਪਨ ਚੂਰਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਅੰਮ੍ਰਿਤਸਰ ਨੂੰ ਪੂਰਾ ਕੀਤਾ ਹੈ ਔਰ ਫਿਰ ਉਸ ਦੀ ਮਹਿਮਾ ਦਾ ਵਰਣਨ ਕੀਤਾ ਹੈ ਕਿ ਇਹ ਸਰੋਵਰ ਐਸਾ ਹੈ ਜਿਹਦੇ ਵਿੱਚ ਨਹਾਉਣ ਦੇ ਨਾਲ ਪਾਪ ਖਤਮ ਹੋ ਜਾਂਦੇ ਨੇ। ਇਹ ਹਰੀ ਮੰਦਰ ਐਸਾ ਹੈ ਜਿਹਦੇ ਵਿੱਚ ਨਮਸਕਾਰ ਕਰਨ ਦੇ ਨਾਲ ਕਸ਼ਟ ਦੂਰ ਦੌੜਦੇ ਨੇ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਬਚਨ ਸੀ ਨਾ, ਉਹ ਹਰੀ ਮੰਦਰ ਦੇ ਵਾਸਤੇ ਤੇ ਸਰੋਵਰ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖੇ। ਸੰਗਤਾਂ ਕਿਸ ਤਰੀਕੇ ਦੇ ਨਾਲ ਖੁਸ਼ੀ ਦੇ ਵਿੱਚ ਆਣ ਕੇ ਦਰਸ਼ਨ ਕਰਦੀਆਂ ਨੇ, ਉਸ ਦਾ ਕਥਨ ਕਰਦੇ ਨੇ ਭਾਈ ਕਰਤਾਰ ਸਿੰਘ ਜੀ ਇਸ ਤਰੀਕੇ ਦੇ ਨਾਲ। ਬਣਿਆ ਵਿੱਚ ਤਾਲ ਦੇ ਹਰੀ ਮੰਦਰ, ਵੇਖਣ ਹਿੰਦੂ ਅਤੇ ਮੁਸਲਮਾਨ। ਆ ਸੋਭਾ ਨਜ਼ਰ ਅਚਰਜ ਹੀ ਆਏ ਰਹੀ, ਦੂਰ ਦੂਰ ਤੋਂ ਲੋਕੀ ਸਲਾਹਣ ਆ। ਤੇ ਅਲੌਕਿਕ ਬਰਕਤਾਂ ਨਜ਼ਰ ਆਵਣ, ਵੈਰੀ ਸੱਜਣ ਸੀਸ ਝੁਕਾਣ ਆ। ਸੁਣ ਸੁਣ ਕੇ ਸੰਗਤਾਂ ਆਉਣ ਦੂਰੋਂ, ਖੁਸ਼ੀ ਵੇਖ ਪ੍ਰਤਾਪ ਮਨਾਣ ਆ। ਗੁਰੂ ਘਰ ਦਾ ਵਧਿਆ ਸ਼ਾਨ ਬਹੁਤਾ, ਗੁਰੂ ਘਰ ਦਾ ਵਧਿਆ ਸ਼ਾਨ ਬਹੁਤਾ। ਸਿੱਖ ਸ਼ਰਧਾ ਸੁਧ ਵਧਾਣ ਆ। ਦੂਰੋਂ ਨੇੜਿਓਂ
ਚੱਲ ਕਰਤਾਰ ਸਿੰਘਾ ਸਿੱਖ ਸੰਗਤਾਂ ਕਰਨ ਇਸ਼ਨਾਨ ਆ। ਇਸ ਤਰੀਕੇ ਦੇ ਨਾਲ ਦੋਵਾਂ ਚੀਜ਼ਾਂ ਦੀ ਸ਼ੋਭਾ ਵਧੀ ਹੈ, ਹਰੀ ਮੰਦਰ ਦੀ ਔਰ ਸੁਦਾ ਸਰੋਵਰ ਦੀ। ਦੂਰੋਂ ਨੇੜਿਓਂ ਜਿੰਨੇ ਵੀ ਲੋਕ ਆਉਂਦੇ ਨੇ ਆਣ ਕੇ ਨਾਲੇ ਹਰੀ ਮੰਦਰ ਦਾ ਦਰਸ਼ਨ ਕਰਦੇ ਨੇ ਤੇ ਨਾਲੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਨ ਨੂੰ ਇੱਥੇ ਸਮਾਪਤ ਕਰਦੇ ਨੇ। ਦੂਸਰੇ ਪਾਸੇ ਕਵੀ ਜੀ ਜਿਹੜੀ ਦੂਸਰੀ ਰਾਸ ਲਿਖ ਰਹੇ ਸਨ, ਉਸ ਦੂਸਰੀ ਰਾਸ ਦੀ ਵੀ ਇੱਥੇ ਸਮਾਪਤੀ ਹੋਈ ਹੈ, ਕਿਉਂਕਿ ਸ੍ਰੀ ਗੁਰਪ੍ਰਤਾਪ ਸੂਰਜ ਜੀ ਜਿਹੜਾ ਗ੍ਰੰਥ ਹੈ ਇਹ ਵੱਖਰੀਆਂ ਵੱਖਰੀਆਂ ਰਾਸਾਂ ਦੇ ਵਿੱਚ ਲਿਖਿਆ ਹੋਇਆ ਹੈ। ਹੁਣ ਤੱਕ ਜਿਹੜੀ ਕਥਾ ਹੈ ਉਹ ਦੂਜੀ ਰਾਸ ਦੀ ਚੱਲ ਰਹੀ ਸੀ। ਇਸ ਜਗ੍ਹਾ ਦੇ ਉੱਤੇ ਦੂਜੀ ਰਾਸ ਨੂੰ ਸਮਾਪਤ ਕੀਤਾ ਹੈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ। ਇਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਦੁਤੀਏ ਰਾਸੇ ਸ੍ਰੀ ਗੁਰੂ ਨਾਨਕ ਪ੍ਰਸੰਗ ਸ੍ਰੀ ਅੰਮ੍ਰਿਤਸਰ ਬਨਾਵਣ ਪੂਰਨ ਪ੍ਰਸੰਗ ਵਰਣਨ ਨਾਮ ਕਵੀ ਸੰਤੋਖ ਸਿੰਘ ਬਿਰਚ ਤਾਇਆ ਭਾਖਿਆ ਨਾਮ ਸਪਤ ਪੰਚਾਸਮੋ ਅਸੂ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੀ ਦੂਸਰੀ ਰਾਸ ਸਮਾਪਤ ਕੀਤੀ ਹੈ। ਅੱਗੋਂ ਹੁਣ ਤੀਸਰੀ ਰਾਸ ਦੀ ਸ਼ੁਰੂਆਤ ਕੀਤੀ ਹੈ। ਤੀਸਰੀ ਰਾਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਸਾਰੇ ਮੰਗਲ ਕੀਤੇ ਨੇ। ਕਵੀ ਜੀ ਨੇ 13 ਮੰਗਲ ਕੀਤੇ ਨੇ। ਪਹਿਲਾ ਮੰਗਲ ਉਹਨਾਂ ਨੇ ਕੀਤਾ ਹੈ ਸਰਸਵਤੀ ਦਾ। ਫਿਰ ਉਸ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ 10 ਮੰਗਲ ਕੀਤੇ ਨੇ। ਇਸ ਤੋਂ ਇਲਾਵਾ ਦੂਸਰੇ ਨੰਬਰ ਦੇ ਉੱਤੇ ਉਹਨਾਂ ਨੇ ਅਕਾਲ ਪੁਰਖ ਦਾ ਮੰਗਲ ਕੀਤਾ ਹੈ। 13ਵੇਂ ਮੰਗਲ ਦੇ ਵਿੱਚ ਉਹਨਾਂ ਨੇ ਇੱਕ ਦੋਹਰੇ ਦੇ ਵਿੱਚ ਮਾਨੋ ਕਿ ਤੀਸਰੀ ਜਿਹੜੀ ਰਾਸ ਉਹ ਸ਼ੁਰੂ ਕਰ ਰਹੇ ਨੇ, ਉਹਨਾਂ ਦਾ ਮੰਗਲ ਕੀਤਾ ਹੈ। ਜਿਸ ਤਰ੍ਹਾਂ ਕਵੀ ਜੀ ਨੇ ਮੰਗਲ ਕੀਤੇ ਹੈ, ਮੈਂ ਤੀਸਰੀ ਰਾਸ ਨੂੰ ਉਸੇ ਤਰੀਕੇ ਦੇ ਨਾਲ ਪ੍ਰਾਰੰਭ ਕਰਦਾ ਹਾਂ। ਪਹਿਲਾ ਮੰਗਲ ਕਰ ਰਹੇ ਨੇ ਉਹ ਸਰਸਵਤੀ ਦਾ। ਸਾਰਸਵਤੀ ਸਰਤਾਵਹੋ ਬਾਕ ਤਰੰਗ ਵਿਚਾਰ ਚਾਰ ਸੋ ਮਮ ਮਾਨਸ ਬਿਖੈ ਜਾਨੋ ਸਾਰ ਆਸਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ हे ਸਰਸਵਤੀ ਤੂੰ ਨਦੀ ਵਾਂਗੂ ਜ਼ੋਰਦਾਰ ਹੋ ਕੇ ਵਗ ਪੋ, ਜਿਸ ਵਿੱਚ ਕਿ ਵਾਕਾਂ ਦੇ ਤਰੰਗ ਉੱਠਣ, ਵਿਚਾਰ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਪੈਣ ਅਤੇ ਮੇਰੇ ਸੋਹਣੇ ਮਾਨ ਸਰੋਵਰ ਵਰਗੇ ਮਨ ਦੇ ਵਿੱਚ ਆ ਕੇ ਪਾਓ, ਤਾਂ ਜੋ ਮੈਂ ਆਪਣੀ ਰਚਨਾ ਲਿਖਣ ਵੇਲੇ ਸੱਚੀ ਤੇ ਨਾ ਸੱਚੀ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਪਰਖ ਲਵਾਂ। ਸਰਸਵਤੀ ਦਾ ਖਿਆਲ ਹਿੰਦੂ ਵਿੱਚ ਸਰਸਵਤੀ ਨਦੀ ਤੋਂ ਚੱਲਿਆ ਹੈ। ਉਸੇ ਖਿਆਲ ਦੀ ਉਡਾਰੀ ਦੇ ਵਿੱਚ ਕਵੀ ਜੀ ਆਪਣੇ ਮਨ ਨੂੰ ਮਾਨ ਸਰੋਵਰ ਝੀਲ ਬਣਾਉਂਦੇ ਹਨ ਤੇ ਅਰਸ਼ੀ ਕਵਿਤਾ ਦੇ ਰੌਂ ਨੂੰ ਸਰਸਵਤੀ ਨਦੀ ਦਾ ਰੂਪਕ ਦੇ ਕੇ ਆਖਦੇ ਹਨ ਕਿ ਸੋਹਣੇ ਖਿਆਲਾਂ ਦੇ ਗੁਲਦਸਤੇ ਵਾਂਗੂ ਗੁੰਦੇ ਵਾਕਾਂ ਨਾਲ ਸਜੀ ਕਵਿਤਾ ਦੀਆਂ ਠਾਠਾਂ ਮਾਰਵੀਂ ਰੌਂ ਲੈ ਕੇ ਮੇਰੇ ਹਿਰਦੇ ਦੇ ਵਿੱਚ ਆ, ਜੋ ਮੈਂ ਆਪਣੀ ਕਵਿਤਾ ਰਚਾਂ ਤੇ ਉਸ ਕਵਿਤਾ ਵਿੱਚ ਕਹੀ ਜਾਣ ਵਾਲੀ ਕਥਾ ਨਿਰਦੂਖਣ ਵਰਣਨ ਕਰਾਂ। ਅਗਲਾ ਮੰਗਲ ਕਰਦੇ ਨੇ ਅਕਾਲ ਪੁਰਖ ਦਾ। ਕਰਤਾ ਜਗ ਕੇਰ ਸੁਰਾਸਰ ਕੋ ਨਿਜ ਦਿਓਸ ਚਰਾਚਰ ਕੋ ਭਰਤਾ ਭਰਤਾ ਸਭ ਕੋ ਪਰਮੇਸ਼ਵਰ ਪੂਰਨ दास बिना नित आचरजता चिरता जिसके ना लखे पर है मुन शेष गिरा कह अछरता छरता मत को लख चातुरता तज आतुरता गह संकरता। सोइए दे विच अकाल पुरख दा मंगल उन्हां ने कीता है। ਇਹਦੇ ਅਰਥ ਇਸ ਤਰ੍ਹਾਂ ਬਣਦੇ ਨੇ, ਦੇਵਤੇ ਤੋਂ ਲੈ ਕੇ ਦੈਂਤਾਂ ਤੱਕ ਸਾਰੇ ਜਗਤ ਦਾ ਜੋ ਕਰਤਾਰ ਹੈ ਅਤੇ ਜੋ ਦਿਨ ਰਾਤ ਜੜ ਚੇਤਨ ਨੂੰ ਪਾਲਣ ਵਾਲਾ ਹੈ, ਫਿਰ ਜੋ ਸਭ ਦਾ ਸਵਾਮੀ ਹੈ, ਉਹ ਪਰਮੇਸ਼ਰ ਸਾਰੇ ਪਰਿਪੂਰਨ ਹੈ। ਇਤਨਾ ਵੱਡਾ ਹੋ ਕੇ ਉਹ ਫਿਰ ਸਦਾ ਦਾਸਾਂ ਦੀਆਂ ਬੇਨਤੀਆਂ ਦੇ ਅਨੁਕੂਲ ਹੈ। ਫਿਰ ਇਤਨਾ ਬੇਅੰਤ ਹੈ ਕਿ ਜਿਸ ਦੇ ਚਰਿੱਤਰ ਸਮਝੇ ਨਹੀਂ ਜਾ ਸਕਦੇ। ਮੁਨੀ ਤੇ ਸ਼ੇਸ਼ ਤੇ ਸਰਸਵਤੀ ਜਿਸ ਨੂੰ ਨਾ ਨਾਸ਼ ਹੋਣ ਵਾਲਾ ਆਖਦੇ ਹਨ, ਤਾਂ ਤੇ ਹੈ ਮਨ ਉਸ ਨੂੰ ਵਰਣਨ ਕਰਨ ਦੇ ਵਿੱਚ ਤੂੰ ਆਪਣੀ ਚਤੁਰਾਈ ਛੱਡ ਉਸ ਨੂੰ ਪਰਮ ਸੁੰਦਰ ਜਾਣ ਕੇ ਜਾਂ ਮਨ ਬੁੱਧੀ ਤੋਂ ਪਰੇ ਜਾਣ ਕੇ ਨਿਮਰਤਾ ਧਾਰਨ ਕਰ, ਤਾਂ ਜੋ ਉਹ ਤੇਰਾ ਕਲਿਆਣ ਕਰਤਾ ਹੋਵੇ। ਇਸ ਤਰ੍ਹਾਂ ਬੇਨਤੀ ਕੀਤੀ ਹੈ ਕਵੀ ਸੰਤੋਖ ਸਿੰਘ ਜੀ ਨੇ। ਇਸ ਤੋਂ ਅੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਿ ਇਸ਼ਟ ਦੇਵ ਨੇ, ਉਹਨਾਂ ਦਾ ਮੰਗਲ ਕਰਦੇ।
मिट के बिकारन ते शरण परिजन ते नाम के उचारण ते मोह जात घट है। कवित दे विच कवि जी ने मंगल कीता है। कहंदे ने कि जिस दी नित शरण पिया विकार मिट जांदे हन, जिस दा नाम उचारण नाल मोह दूर हो जांदा है। घट के मझार ध्यान तारन ते पार होए, मन टिक जाए विषयान ते उलट कै। ਅੱਗੇ ਕਹਿੰਦੇ ਨੇ ਕਿ ਹਿਰਦੇ ਦੇ ਵਿੱਚ ਜਿਸ ਦਾ ਧਿਆਨ ਧਾਰਨ ਕਰਨ ਦੇ ਨਾਲ ਮਨ ਵਿਸ਼ਿਆਂ ਦੇ ਵੱਲੋਂ ਮੋੜਾ ਖਾ ਕੇ ਟਿਕ ਜਾਂਦਾ ਹੈ ਤੇ ਭਵ ਸਾਗਰ ਤੋਂ ਪਾਰ ਹੋ ਜਾਈਦਾ। ਲਟਕੇ ਨਾ ਸਿਰ ਤਰਵਾਇਓ ਹੈ ਗਰਭ ਵਿੱਚ ਪਾਰਿਓ, ਬਸ ਸਾਡਾ ਬਹੁ ਬੰਧਨ ਬਿਕਟ ਹੈ। ਐਸਾ ਕਿ ਫਿਰ ਪੁੱਠੇ ਸਿਰ ਹੋ ਕੇ ਗਰਭ ਦੇ ਵਿੱਚ ਲਟਕਣਾ ਨਹੀਂ ਪੈਂਦਾ। कट कैस देह मोख ऐसे गुरु नानक जी बंद हो पदार बिंद इंद्रन सिमट कै। अगे कवि जी लिखते ने कि गल की जिन्ना जिन्ना कठन बंदरां दे वस जीव नित पिया होया है, उन्हां सारियां नूं कट के जो मुक्ति देण नूं समर्थ हन, ऐसे गुरु नानक देव जी दे चरणां उत्ते बड़े अदब दे नाल कवि जी कहंदे ने मैं नमस्कार करदा हां। अगे कवि जी दूसरे सतगुरु साहिबान गुरु अंगद जी दा मंगल करते ने। तरतीबवार इसे तरीके दे नाल 10वें पातशाह जी तक कवि जी ने मंगल कीते। कांद आनंद बिलंद के श्री गोरे अंगद चंद, चंदन सम दुख काम को बंदो बिगन निकंद। कवि जी लिखते ने कि मैं चंद समान मिठे प्रकाश दे दाता श्री गुरु अंगद देव जी नूं नमस्कार करदा हां, जो दुख रूपी तपश नूं चंदन समान शीतलता देण हारे हन, बड़े आनंद दे मेघ हन ते कवियां दे सारे विघनां नूं कट देण वाले समर्थ हन। मार हंकार जो डसत नित ताहे सहायक मार, मारस चह श्री अमर भज नित जे बिना शुमार। हुण इस दोहरे दे विच सतगुरु अमरदास सच्चे पातशाह जी दा मंगल कीता है। हंकार रूपी सप जो सदा डंगदा है ते जिस दा सहायक काम है, जे तू दोहां नूं मारना चाहुंदा है तां सदा श्री गुरु अमरदेव जी दा भजन करया कर, जो आलेखे तो रहत हन। जां इस दोहरे दा इस तरीके दे नाल भी अर्थ लग सकदा है। हंकार रूपी सर्प जो नित डसदा है अते उस दे सहायक क्रोध तृष्णा आदि जो नाश करने योग हन, जे सब नूं मारना चाहे तां श्री सतगुरु अमरदास सच्चे पातशाह जी नूं भाजे, जो नित दे बेअंत हन और रख्या करन वाले हन। रामदास श्री सतगुरु रूप एक श्री राम, राम प्रात है रिपहते नमो चरण अभिराम। श्री सतगुरु रामदास सच्चे पातशाह जी दे सोहणे चरणां ते मेरे कवि जी कहंदे ने नमस्कार होवे, जो आप अकाल पुरख दा रूप हन, जिन्हां ने अकाल पुरख रूप दे विच श्री राम चंद दे सहाई होके संतां दे वैरियां दा संघार कीता, ओ मेरे विघ्नां दा भी संघार करन। अर्जन सर से वाक जन बेदत सुजान, अर्जन अर्जन दासन की सुनत नमो गुरु अर्जन। इस दोहरे दे विच कवि जी ने सतगुरु अर्जन देव सच्चे पातशाह जी दा मंगल कीता है। कहंदे ने जिन्हां दे वाके अर्जन दे तीरां वर्गे अमोघ हन अते जिन्हां दा उज्जल ते श्रेष्ठ जस सारे संसार दे विच प्रगट हो रहा है, जो दासां दियां बेनतियां नूं सुनदे हन, ऐसे श्री गुरु अर्जन देव जी नूं कवि जी कहंदे ने कि मेरी नमस्कार होवे। कहण तो भाव इह है कि अर्जन दे तीर शरीरां नूं हतन दे विच प्रसिद्ध हन, पर सतगुरां दे वाक अमोघ तीर उस तो श्रेष्ठ हन, जो विकार बिरती नूं मारदे हन, पर उच्चे जीवन दे ओ दाते हन। बिंद नीर पद परस की
ਪ੍ਰਾਪਤ ਮੁਖ ਅਰ ਬਿੰਦ ਬਿੰਦਕ ਬਿਖੈ ਨਿਹਾਲ ਕੀਆ ਸ੍ਰੀ ਗੁਰ ਹਰਿ ਗੋਬਿੰਦ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨ ਕਮਲਾਂ ਨੂੰ ਛੋਹੀ ਹੋਈ ਜਲ ਦੀ ਬੂੰਦ ਜਿਨ੍ਹਾਂ ਦੇ ਮੂੰਹ ਨੂੰ ਪ੍ਰਾਪਤ ਹੋਈ ਹੈ ਉਹ ਪਲ ਦੇ ਵਿੱਚ ਨਿਹਾਲ ਹੋਏ ਗਏ ਹਨ। ਕਿਵੇਂ? ਕਹਿੰਦੇ ਨੇ ਕਿ ਉਹ ਦਾਤੇ ਹਨ। ਇਸ ਤਰੀਕੇ ਦੇ ਨਾਲ ਉਹ ਮੈਨੂੰ ਵੀ ਸੱਚੇ ਪਾਤਸ਼ਾਹ ਨਿਹਾਲ ਕਰਨ। ਰਾਏ ਜਗਤ ਕੇ ਅਵਤਰੇ ਸੁਖ ਉਪਜੇ ਭਜ ਨਾਏ ਨਾਏ ਸੀਸ ਕਰ ਬੰਦਨਾ ਜੈ ਜੈ ਸ੍ਰੀ ਹਰਿ ਰਾਏ। ਦੇਖੋ ਜਗਤ ਦੇ ਸੁਆਮੀ ਸੰਸਾਰ ਉੱਤੇ ਅਵਤਾਰ ਧਾਰੀ ਹੋਏ ਹਨ ਜਿਨ੍ਹਾਂ ਦੇ ਨਾਮ ਦੇ ਭਜਨ ਕਰਨ ਨਾਲ ਸੁਖ ਉਪਜਦਾ ਹੈ। ਸੀਸ ਨਿਵਾ ਕੇ ਉਹਨਾਂ ਨੂੰ ਮੱਥਾ ਟੇਕ ਕੇ ਮੈਂ ਕਹਿੰਦਾ ਹਾਂ, हे ਸ੍ਰੀ ਗੁਰੂ ਹਰਿ ਰਾਏ ਜੀ, ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ। ਭਾਵ ਇਹ ਹੈ ਕਿ ਸਪਤਮ ਗੁਰੂ ਜੀ ਦੇ ਵਰਾਂ ਦੇ ਨਾਲ ਫੂਲ ਕੇ ਰਾਜੇ ਤੇ ਜਗੀਰਦਾਰੀਆਂ ਬਣੀਆਂ। ਇਸ ਸੰਬੰਧ ਦੇ ਵਿੱਚ ਉਹਨਾਂ ਨੂੰ ਜਗਤ ਦੇ ਰਾਜਾ ਵੀ ਕਿਹਾ ਜਾਂਦਾ ਹੈ। ਕ੍ਰਿਸ਼ਨ ਹਿਰਦੈ ਜਲ ਕਰ ਪ੍ਰਥਮ ਰੂਪ ਸ੍ਰੀ ਬਿਸ਼ਨ ਬਿਸਨ ਰਹਿਤ ਬਿਸ਼ਯਨ ਕੀ ਸਿਮਰ ਗੁਰੂ ਹਰ ਕ੍ਰਿਸ਼ਨ। ਵਾਹਿਗੁਰੂ ਜੀ ਦੇ ਸਰੂਪ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਕਾਲੇ ਦਿਲਾਂ ਨੂੰ ਆਪਣੇ ਧਿਆਨ ਦੇ ਨਾਲ ਉਜਲ ਕਰ ਦਿੰਦੇ ਹਨ ਤੇ ਉਹਨਾਂ ਦੇ ਸਿਮਰਨ ਦੇ ਨਾਲ ਵਿਸ਼ਿਆਂ ਦੀ ਜਿਹੜੀ ਵਿਸ਼ ਹੈ ਨਾ ਉਹ ਦੂਰ ਹੋ ਜਾਂਦੀ ਹੈ। ਤੇਗ ਬਹਾਦਰ ਸਤਿਗੁਰੂ ਦੇਸ਼ ਤਰਨ ਯੁਧ ਬੇਗ ਬੇਗ ਤਾਰ ਰਛੈ ਜਨਨ ਗਿਰਾ ਦੁਸ਼ਟ ਪਰ ਤੇਗ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਮੰਗਲ ਕੀਤਾ ਹੈ। ਸਤਿਗੁਰੂ ਤੇਗ ਬਹਾਦਰ ਜੀ ਵੈਰੀਆਂ ਨੂੰ ਘਬਰਾਹਟ ਭਰੇ ਅਸਚਰਜ ਵਿੱਚ ਪਾਉਣ ਵਾਲੇ ਹਨ ਤੇ ਆਪਣੇ ਦਾਸਾਂ ਦੀ ਰੱਖਿਆ ਬੜੀ ਕਾਹਲੀ ਦੇ ਨਾਲ ਕਰਨ ਵਾਲੇ ਹਨ ਅਤੇ ਉਹਨਾਂ ਦੀ ਬਾਣੀ ਦੁਸ਼ਟਾਂ ਉੱਤੇ ਤਲਵਾਰ ਦਾ ਕੰਮ ਕਰਨ ਵਾਲੀ ਹੈ। ਆਪ ਮੇਰੀ ਵੀ ਰੱਖਿਆ ਕਰੋ हे ਸਤਿਗੁਰੂ ਤੇਗ ਬਹਾਦਰ ਜੀ। ਇਸ ਤਰ੍ਹਾਂ ਬੇਨਤੀ ਕੀਤੀ ਹੈ ਕਵੀ ਜੀ ਨੇ। ਭਾਵ ਇਹ ਹੈ ਕਿ ਉਦਵੇਗ ਵਿੱਚ ਕਵੀ ਜੀ ਦਾ ਇਸ਼ਾਰਾ ਉਸ ਘਬਰਾਹਟ ਵਾਲੀ ਹੈਰਾਨੀ ਵੱਲ ਹੈ ਜੋ ਵੈਰੀਆਂ ਨੂੰ ਗੁਰੂ ਜੀ ਦਾ ਸੀਸ ਲੈ ਕੇ ਹੋਇਆ। ਉਹਨਾਂ ਦੇ ਠੀਕਰ ਫੋੜਨ ਵੇਲੇ ਭੁਚਾਲ ਆਇਆ, ਹਨੇਰੀ ਚੱਲੀ ਤੇ ਹੋਰ ਐਸੇ ਕੁਦਰਤੀ ਸ਼ੋਕ ਦੇ ਨਿਸ਼ਾਨੇ ਹੋਏ ਜਿਸ ਨੇ ਵੈਰੀਆਂ ਨੂੰ ਹੈਰਾਨੀ ਤੇ ਘਬਰਾਹਟ ਦੇ ਵਿੱਚ ਪਾ ਦਿੱਤਾ ਕਿ ਅਸੀਂ ਕੀ ਕਰ ਬੈਠੇ ਹਾਂ। ਗੁਰੂ ਜੀ ਨੇ ਸੀਸ ਦੀਨਾਂ ਦੀ ਰੱਖਿਆ ਦੇ ਵਾਸਤੇ ਦਿੱਤਾ ਸੀ। ਇਸ ਕਰਕੇ ਕਹਿੰਦੇ ਹਨ ਕਿ ਦਾਸਾਂ ਦੀ ਰੱਖਿਆ ਕਰਦੇ ਹਨ। ਬੇਗ ਧਾਰ ਇਸ ਕਰਕੇ ਕਿ ਆਪ ਛੇਤੀ ਦੇ ਨਾਲ ਆਨੰਦਪੁਰੋਂ ਤੁਰ ਕੇ ਆਪਣੇ ਪ੍ਰੇਮੀਆਂ ਨੂੰ ਮਿਲੇ ਸਨ। ਪਿੱਛੋਂ ਸਰਕਾਰੀ ਸਿਪਾਹੀਆਂ ਦੇ ਆਪ ਆਪੇ ਹੀ ਹਵਾਲੇ ਹੋਏ ਸਨ। ਬਾਣੀ ਉਹਨਾਂ ਦੀ ਤਲਵਾਰ ਦਾ ਕੰਮ ਕਰ ਗਈ। ਉਸ ਬਾਤ ਵੱਲ ਇਸ਼ਾਰਾ ਹੈ ਜੋ ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਸੀ ਕਿ ਪ੍ਰਜਾ ਦੇ ਧਰਮ ਦੇ ਵਿੱਚ ਦਖਲ ਦਿੱਤਿਆਂ ਤੇ ਸੰਤਾਂ ਫਕੀਰਾਂ ਨੂੰ ਸਤਾਇਆ ਆਪਣੇ ਰਾਜ ਦਾ ਤੂੰ ਅੰਤ ਸਮਝ। ਧੁਨੀ ਵਿੱਚ ਕਵੀ ਜੀ ਆਪਣੀ ਰੱਖਿਆ ਦੀ ਯਾਚਨਾ ਸਤਿਗੁਰੂ ਤੇਗ ਬਹਾਦਰ ਜੀ ਤੋਂ ਕਰਦੇ। ਸਿੰਘ ਮ੍ਰਿਗਣ ਰਿਪ ਬ੍ਰਿੰਦ ਕੋ ਮਹਾਬਲੀ ਨਰ ਸਿੰਘ ਸਿੰਘ ਪੰਥ ਕੇ ਮੂਲ ਦ੍ਰਿੜ ਭਜ ਸ੍ਰੀ ਗੋਬਿੰਦ ਸਿੰਘ। ਮ੍ਰਿਗ ਰੂਪ ਸਾਰੇ ਵੈਰੀਆਂ ਨੂੰ ਦਮਨ ਕਰਨ ਦੇ ਲਈ ਸ਼ੇਰ ਰੂਪ ਹਨ। ਮਹਾਬਲੀਆਂ ਦੇ ਵਿੱਚ ਚੋਟੀ ਦੇ ਬਲਵਾਨ ਹਨ। ਖਾਲਸਾ ਪੰਥ ਦੇ ਦ੍ਰਿੜ ਮੁੱਢ ਹਨ। ਐਸੇ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਕਵੀ ਜੀ ਕਹਿੰਦੇ ਨੇ ਕਿ ਮੈਂ ਸਿਮਰਨ ਕਰਦਾ। ਹੁਣ 13ਵੇਂ ਨੰਬਰ ਦੇ ਉੱਤੇ ਕਵੀ ਜੀ ਨੇ ਆਪਣੀ ਇਹ ਜਿਹੜੀ ਰਾਸ ਪ੍ਰਾਰੰਭ ਕਰਨ ਲੱਗੇ ਨੇ ਤੀਸਰੀ, ਉਸ ਦੇ ਵਾਸਤੇ ਅਰਜ ਬੇਨਤੀ ਕੀਤੀ ਹੈ। ਇਸ ਜਗ੍ਹਾ ਦੇ ਉੱਤੇ ਇਸ ਦੋਹਰੇ ਦੇ ਵਿੱਚ ਉਹਨਾਂ ਨੇ ਸਾਰੇ ਗੁਰੂ ਸਾਹਿਬਾਨਾਂ ਦਾ ਇਕੱਠਾ ਮੰਗਲ ਕੀਤਾ। ਰਚੋ ਰਾਸ ਅਬ ਤੀਸਰੀ ਸਤਿਗੁਰ ਸੁਜਸ ਵਿਸਾਲ ਨਮਸਕਾਰ ਕਰ ਸਭਨ ਕੋ ਬਿਗਨ ਬ੍ਰਿੰਦ ਕੋ ਟਾਲ। ਕਹਿੰਦੇ ਨੇ ਸਤਿਗੁਰੂ ਦੇ ਮਹਾਨ ਜਸ ਦੇ ਨਾਲ
ਭਰੀ ਹੋਈ ਹੁਣ ਮੈਂ ਤੀਸਰੀ ਰਾਸ ਰਚਨ ਲੱਗਾ ਹਾਂ ਤੇ ਸਾਰੇ ਸਤਿਗੁਰਾਂ ਨੂੰ ਨਮਸਕਾਰ ਕਰਦਾ ਹਾਂ ਜੋ ਮੇਰੇ ਸਾਰੇ ਹੋਣ ਵਾਲੇ ਵਿਘਨਾਂ ਨੂੰ ਟਾਲ ਦੇਣ ਤੇ ਮੈਨੂੰ ਸਮਰੱਥਾ ਦੇਣ ਸਤਿਗੁਰਾਂ ਦੀ ਅਗਲੀ ਕਥਾ ਲਿਖਣ ਦੀ। ਇਸ ਜਗ੍ਹਾ ਦੇ ਉੱਤੇ ਸਾਰੇ ਮੰਗਲਾਂ ਦੀ ਸਮਾਪਤੀ ਹੈ ਔਰ ਇਸ ਜਗ੍ਹਾ ਦੇ ਉੱਤੋਂ ਮੂਲ ਕਥਾ ਦਾ ਪ੍ਰਾਰੰਭ ਹੁੰਦਾ ਹੈ। ਸੁਣਤ ਸਿੰਘ ਗੁਰ ਕਥਾ ਕੋ प्रेम साथ पुल कात पीवत अमृत त्रिपत नहीं रुच चौगण उपजात। ग्रंथाकार भाई संतोख सिंह जी लिखते ने कि सारे दे सारे सिंह गुरु दी कथा नू बड़े प्रेम दे नाल सुन रहे ने। कथा नू सुन सुन के मानो कि सारियां दी जिहड़ी पुलकावली है वो खड़ी हो रही है, रौंगटे खड़े हो रहे ने। पीवत अमृत तृप्त नहीं, अमृत रूपी कथा नू सुन सुन के सारे तृप्त हो रहे ने, रज रहे ने और चौगना जरा चाह है ना होर ज्यादा पैदा हो रहे। पाई राम कोयर मुख चंद निकसत तिस ते सदा मनिंद। क्योंकि सारी जिहड़ी कथा है ग्रंथाकार भाई संतोख सिंह जी ने भाई राम कोयर जी दे मूहों कहाई है, इस करके हुण उस गल दा हवाला देंदे ने कि भाई राम कोयर जी जिन्हां दा मुखड़ा चंद्रमा वर्गा है और उस चंद्रमा वर्गे मुखड़े तो मानो के सुधा वर्गी अमृत वर्गी जिहड़ी कथा है ना वो सुनाई जा रही है बाकी दे सारियां सिखां। जिसमें सदगुण को समुदाय तार हिरदे जम पेट ना पाए। ग्रंथाकार भाई संतोख सिंह जी लिखते ने कि सतगुरु साहिबाना दी कथा ऐसी है जिहदे विच बहुत सारे सदगुण हन, बड़े सारे दैवी गुण हन। जिहड़ा भी इन्हां दैवी गुणां नूं धारण करदा है अपने हिरदे दे विच जम की भेट ना पाए, जमां दे नाल उस दा कदे मिलाप नहीं हुंदा। कहत सुनत जिस अनक महात्म क्या तिन महिमा धरे जो आत्म। कवि जी कहते ने कि इस कथा नूं कहण दा ते सुनन दा बहुत वड्डा महात्म है ते कहते ने कि जिहड़े इस कथा नूं सुन के फिर अपनी आत्मा दे विच धारण करदे हन उन्हां दी महिमा दा की बयान हो सकदा है। उपजै दिन प्रति चाओ कनेरा एक मन होए सुने कर नेरा। कवि जी लिखते ने कि जिहड़ा भी एक मन हो के कथा नूं सुनदा है उस दे मन दे विच दिन प्रति दूना चौना चाह पैदा हुंदा है। राम कोयर गिरवर के समसर कथा जो उपजी सलता सुख कर। ग्रंथाकार भाई संतोख सिंह जी लिखते ने कि भाई राम कोयर जी मानो एक वड्डे पहाड़ दी तरह हन। कथा जो उपजी सलता सुख कर ते जिहड़ी उन्हां ने सतगुरां दी कथा बयान कीती है वो मानो कि एक वड्डी नदी दे वांग। गुर जस उज्जल जल भरपूर प्रेम प्रवाह बिमल वहो रूर। ते उस वड्डी नदी दे विच कहंदे ने कि गुरु दे जस दा उज्जल श्रेष्ठ जिहड़ा पानी है वो भरिया होया। प्रेम प्रवाह बिमल वहो रूरा, प्रेम दा वड्डा जिहड़ा प्रवाह है ना वो मैल तो रहत होके चल रहा है। ब्रह्म बेमुखता द्वै दिड़ कूला जिन पर अवगुण तर गन फूला। ग्रंथाकार भाई संतोख सिंह जी लिखते ने कि गुरु दे जस वाली जिहड़ी नदी वह रही है उस दे कहंदे ने कि किनारे भ्रम ते बेमुखता दे ने। एक पासे दा किनारा भ्रम दा है, दूसरे पासे दा किनारा बेमुख दा है। कहंदे ने इस तरह दे उहदे पक्के किनारे हन। जिन पर अवगण तरगण फूला ते इन्हां भ्रम रूपी ते बेमुखता रूपी किनारियां दे उत्ते अवगणां दा बहुत वड्डा जिहड़ा रुख है ना वो उगा होया। पठन सुनन बल बेग बिसाला जर समेत भगतन तत काला। ग्रंथाकार भाई संतोख सिंह जी लिखते ने कि जदों कोई कथा नूं पढ़दा है ते जदों कोई कथा नूं सुनदा है मानो कि वो जिहड़ा कथा दा वेग है ना वो पानी दे प्रवाह दी तरह बड़ा तेज बहंदा है। जर समेत भगतन तत्काला ते ऐसा पानी दा जिहड़ा प्रवाह है ना
ਉਹ ਮਾਨੋ ਕਿ ਭ੍ਰਮ ਤੇ ਬੇਮੁਖਤਾ ਰੂਪੀ ਕਿਨਾਰੇ ਦੇ ਉੱਤੇ ਜਿਹੜਾ ਔਗਣਾ ਦਾ ਰੁੱਖ ਉੱਗਿਆ ਹੋਇਆ ਉਸ ਨੂੰ ਮਾਨੋ ਕਿ ਜੜ ਤੋਂ ਪੁੱਟ ਕੇ ਖਤਮ ਕਰ ਦਿੰਦਾ। ਸਾਧ ਗੁਣ ਕਮਲ ਬ੍ਰਿੰਦ ਬਿਕਸਾਵਤ ਮਨ ਸੰਤਨ ਕੇ ਮਦਪਨ ਪਾਵਤ। ਸੰਤਾਂ ਰੂਪੀ ਪੌੜਿਆਂ ਦੇ ਮਨ ਨੂੰ ਚੰਗੇ ਲੱਗਦੇ ਹਨ ਚੰਗੇ ਸਤਿਗੁਣ। ਸਿੰਘ ਸਕਲ ਜਲ ਜੰਤ ਆਨੰਦਤ ਕਰਤ ਕੇਲ ਗੁਰ ਰਹਿਤ ਆਨੰਦਤ। ਕਵੀ ਜੀ ਲਿਖਦੇ ਹਨ ਕਿ ਸਿੰਘ ਸਾਰੇ ਆਨੰਦ ਭਰੇ ਜਲ ਜੰਤੂ ਸਮਾਨ ਗੁਰੂ ਜੀ ਦੀ ਅਨੰਦਤ ਰਹਿਣੀ ਦੀ ਕਥਾ ਸੁਣਨ ਦੇ ਵਿੱਚ ਕੋਲ ਰਹਿੰਦੇ ਹਨ। 10 ਗੁਰ ਦਸੋਂ ਘਾਟ ਜਿਸ ਕੇਰੇ ਦੁਖੀ ਤ੍ਰਿਖਾ ਤੁਰ ਜਨ ਹੋਏ ਨੇਰੇ। ਹੁਣ ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਜਸ ਰੂਪੀ ਇਹ ਜਿਹੜੀ ਨਦੀ ਹੈ, ਦਸੇ ਹੀ ਗੁਰੂ ਸਾਹਿਬਾਨ ਇਸ ਨਦੀ ਦੇ ਵੱਖਰੇ ਵੱਖਰੇ ਘਾਟ ਹਨ। ਦੁਖੀ ਤ੍ਰਿਖਾ ਤੁਰ ਜਨ ਹੋਏ ਨੇਰੇ, ਜਿਹੜੇ ਦੁਖੀ ਨੇ ਤੇ ਜਿਹੜੇ ਪਿਆਸ ਦੇ ਮਾਰੇ ਹੋਏ ਨੇ, ਜਿਹੜੇ ਪਿਆਸੇ ਨੇ, ਉਹ ਮਾਨੋ ਕਿ ਇਸ ਨਦੀ ਦੇ ਨੇੜੇ ਲੱਗਦੇ। ਗੁਰ ਜਸ ਜਲ ਤੇ ਸਭ ਸੁਖ ਪਾਵੇਂ ਵਿਸ਼ਿਆਣ ਤ੍ਰਿਖਾ ਤੁਰਤ ਬਿਨ ਸਾਵੇਂ। ਗੁਰੂ ਦੇ ਜਸ ਰੂਪੀ ਜਲ ਨੂੰ ਪਾ ਕੇ ਸਾਰੇ ਦੇ ਸਾਰੇ ਸੁਖਾਂ ਨੂੰ ਮਾਣਦੇ ਹਨ। ਵਿਸ਼ਿਆਂ ਦੀ ਜਿਹੜੀ ਪਿਆਸ ਹੈ ਨਾ, ਉਹ ਮਾਨੋ ਕਿ ਜਸ ਰੂਪੀ ਜਲ ਪੀਣ ਦੇ ਨਾਲ ਖਤਮ ਹੋ ਜਾਂਦੀ ਹੈ, ਵਿਨਾਸ਼ ਹੋ ਜਾਂਦੀ। ਅੰਤਕ ਕਾਮ ਪੀਰ ਨਹੀਂ ਦੇਈ ਨਿਤ ਪ੍ਰਤੀ ਨਿਕਟ ਹੋਏ ਜੇ ਸੋਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮਨੁੱਖ ਨਿੱਤਾ ਪ੍ਰਤੀ ਐਸੇ ਪਾਣੀ ਜਸ ਰੂਪੀ ਦੇ ਨੇੜੇ ਰਹਿੰਦਾ ਹੈ, ਉਹਨੂੰ ਮਾਨੋ ਕਿ ਬਹੁਤੀ ਜ਼ਿਆਦਾ ਜਿਹੜੀ ਕਾਮ ਹੈ ਨਾ, ਉਸ ਦੀ ਕਦੇ ਵੀ ਪੀੜਾ ਵਿਆਪਦੀ ਨਹੀਂ ਹੈ। ਭਾਵ ਕਿ ਗੁਰੂ ਜਸ ਰੂਪੀ ਜਲ ਦੇ ਵਿੱਚ ਗਿਆ ਜਮ ਰੂਪੀ ਧੁੱਪ ਦੀ ਪੀੜ ਕਦੇ ਨਹੀਂ ਵਿਆਪਦੀ। ਰਾਮ ਕੋਇਰ ਪਰ ਬੀਨ ਜੋ ਮਾਲੀ ਕੀਰਤ ਗੁਰਨ ਸਕੇਲ ਬਿਸਾਲੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਰਾਮ ਕੋਇਰ ਜੀ ਬਹੁਤ ਜ਼ਿਆਦਾ ਪ੍ਰਵੀਣ ਇੱਕ ਮਾਲੀ ਨੇ, ਜਿਨ੍ਹਾਂ ਨੇ ਮਾਨੋ ਕਿ ਗੁਰੂ ਸਾਹਿਬ ਦੀ ਜਿਹੜੀ ਕੀਰਤੀ ਹੈ ਨਾ, ਉਹਨੂੰ ਇੱਕ ਬਗੀਚੀ ਦੇ ਵਾਂਗ ਸ਼ਿੰਗਾਰਿਆ ਹੈ, ਸਜਾਇਆ ਹੈ। ਗ੍ਰੰਥ ਬਣਾਵਣ ਬਾਗ ਲਗਾਇਓ ਤਰਵਰ ਜੇਤਕ ਧਿਆਏ ਸੁਹਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਫੁੱਲਾਂ ਦੀ ਬਗੀਚੇ ਦੇ ਵਾਂਗ ਸਜਾਇਆ ਹੈ ਗੁਰੂ ਦੇ ਜਸ ਨੂੰ। ਗ੍ਰੰਥ ਬਣਾਵਣ ਬਾਗ ਲਗਾਇਓ, ਜਿਹੜਾ ਮੈਂ ਗ੍ਰੰਥ ਰਚਿਆ ਹੈ ਮਾਨੋ ਕਿ ਗੁਰੂ ਸਾਹਿਬਾਨਾਂ ਦਾ ਇੱਕ ਬਾਗ ਲੱਗਿਆ ਹੋਇਆ। ਤਰਵਰ ਜੇਤਕ ਧਿਆਏ ਸੁਹਾਇਓ, ਕਿਉਂਕਿ ਕਵੀ ਜੀ ਨੇ ਵੱਖਰੇ ਵੱਖਰੇ ਧਿਆਵਾਂ ਦੇ ਵਿੱਚ ਕਥਾ ਨੂੰ ਬਿਆਨ ਕੀਤਾ ਤੇ ਕਹਿੰਦੇ ਨੇ ਕਿ ਮਾਨੋ ਇਹ ਜਿਹੜੇ ਧਿਆਨ ਹੈ ਨਾ, ਇਹ ਵੱਖਰੇ ਵੱਖਰੇ ਉਸ ਬਾਗ ਦੇ ਵਿੱਚ ਲਾਏ ਹੋਏ ਰੁੱਖਾਂ ਦੀ ਤਰ੍ਹਾਂ। ਛੰਦ ਅਨੇਕ ਪ੍ਰਕਾਰ ਨਿਸ਼ਾਖਾ ਤੁਕ ਬਹੁ ਪੱਤਰ ਸੰਗਨ ਸ਼ੁਭ ਪਾਖਾ। ਇਸ ਤੋਂ ਇਲਾਵਾ ਜਿੰਨੇ ਵੀ ਛੰਦ ਦੋਹਰੇ ਸਵਈਏ ਇਸ ਦੇ ਵਿੱਚ ਲਿਖੇ ਗਏ ਨੇ, ਉਹ ਮਾਨੋ ਕਿ ਅਨੇਕਾਂ ਪ੍ਰਕਾਰ ਦੀਆਂ ਸ਼ਾਖਾਵਾਂ ਨੇ, ਟਾਹਣੀਆਂ ਨੇ। ਤੁਕ ਬਹੁ ਪੱਤਰ ਸੰਗਨ ਸ਼ੁਭ ਛਾਇਆ। ਔਰ ਇਸ ਤੋਂ ਇਲਾਵਾ ਮਾਨੋ ਕਿ ਜਿਹੜੀਆਂ ਤੁਕਾਂ ਨੇ, ਇਸ ਕਥਾ ਦੀਆਂ ਜਿਹੜੀਆਂ ਤੁਕਾਂ ਨੇ, ਉਹ ਮਾਨੋ ਕਿ ਸੰਘਣੇ ਪੱਤਿਆਂ ਦੀ ਛਾਂ ਵਰਗੀਆਂ। ਗੁਣ ਗਣ ਤਿਨ ਮੈਂ ਸੁਮਨਸ ਫੂਲੇ ਅਰਥ ਸੁਫਲ ਜੁਤ ਪਾਖਣ ਝੂਲੇ। ਜਿਹੜੇ ਬਹੁਤ ਸਾਰੇ ਗੁਣਾਂ ਦਾ ਬਿਆਨ ਕੀਤਾ ਗਿਆ, ਉਹ ਮਾਨੋ ਕਿ ਇਸ ਦੇ ਫੁੱਲਾਂ ਵਰਗੇ ਨੇ। ਅਰਥ ਸੁਫਲ ਜੁਤ ਪਾਖਣ ਝੂਲੇ, ਤੇ ਜਿਹੜੇ ਇਸ ਕਥਾ ਦੇ ਅਰਥ ਲਾਏ ਗਏ ਨੇ, ਉਹ ਮਾਨੋ ਕਿ ਸ੍ਰੇਸ਼ਟ ਫਲਾਂ ਵਰਗੇ। ਸ਼ਾਂਤ ਰਸਾਦਿਕ ਰਸ ਜਿਨ ਮਾਹੀ ਕਸ਼ਟ ਕਾਮ ਹੱਥ ਛਾਇਆ ਤਾਹੀ। ਸ਼ਾਂਤੀ ਵਰਗੇ ਅਨੇਕਾਂ ਹੀ ਰਸਾਂ ਦੇ ਨਾਲ ਮਾਨੋ ਕਿ ਕਥਾ ਨੂੰ ਸ਼ਿੰਗਾਰਿਆ ਗਿਆ ਹੈ। ਕਸ਼ਟ ਕਾਮ ਹੱਥ ਛਾਇਆ ਤਾਹੀ, ਮਾਨੋ ਕਿ ਕਸ਼ਟਾਂ ਰੂਪੀ ਜਿਹੜੀ ਗਰਮੀ ਹੈ ਨਾ, ਉਹ ਮਾਨੋ ਕਿ ਇਸ ਕਥਾ ਰੂਪੀ ਰਸਦਾਇਕ ਛਾਇਆ ਦੇ ਨਾਲ ਦੂਰ ਹੁੰਦੀ। ਪ੍ਰੇਮ ਬਾਰ ਤੇ ਸਿੰਚਨ ਕਰਤਾ
ਢਿਗ ਨਹੀਂ ਹੋਏ ਮੋਹ ਪਛ ਹਰਤਾ। ਜਿਹੜਾ ਪ੍ਰੇਮ ਦੇ ਪਾਣੀ ਦੇ ਨਾਲ ਐਸੀ ਕਥਾ ਨੂੰ ਸਿੰਚਦਾ ਹੈ, ਮਾਨੋ ਕਿ ਉਸ ਦੇ ਲਾਗੇ ਜਿਹੜਾ ਪਸ਼ੂ ਹੈ, ਜਿਹੜਾ ਕਿ ਖੇਤੀ ਨੂੰ ਨਾਸ ਕਰਦਾ ਹੈ, ਉਹ ਕਦੇ ਵੀ ਨੇੜੇ ਨਹੀਂ ਆਉਂਦਾ। ਆਸੇ ਉਪਬਨ ਮੈਂ ਜੋ ਨਰ ਬਾਸੇ, ਮੋਖ ਸੁਗੰਧ ਸਦਾ ਤਿਨ ਪਾਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੇ ਉਪਵਨ ਦੇ ਵਿੱਚ, ਐਸੇ ਬਾਗ ਦੇ ਵਿੱਚ ਜਿਹੜੇ ਵੀ ਮਨੁੱਖ ਆਪਣਾ ਵਾਸਾ ਕਰਦੇ ਨੇ, ਮੋਖ ਸੁਗੰਧ ਸਦਾ ਤਿਨ ਪਾਸੇ, ਉਹਨਾਂ ਦੇ ਕੋਲ ਮੋਕਸ਼ ਵੀ ਹੁੰਦਾ ਹੈ ਤੇ ਕਹਿੰਦੇ ਨੇ ਉਹਨਾਂ ਦੇ ਕੋਲ ਸੁਗੰਧੀ ਵੀ ਹੁੰਦੀ ਹੈ। ਇਹਨਾਂ ਦੋਵਾਂ ਚੀਜ਼ਾਂ ਦੀ ਪ੍ਰਾਪਤੀ ਉਹਨਾਂ ਨੂੰ ਮਨੁੱਖਾਂ ਨੂੰ ਹੁੰਦੀ ਹੈ ਜਿਹੜੇ ਕਿ ਇਸ ਤਰ੍ਹਾਂ ਦੇ ਬਗੀਚੇ ਦੇ ਵਿੱਚ ਨਿਵਾਸ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਕਥਾ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਦਾ। हे अच्युत हे पार ब्रह्म अविनाशी अगनास, हे पूर्ण हे सर्व मैं दुख भंजन गुणतास, हे संगी हे निरंकार हे निर्गुण सब टेक, हे गोविंद हे गुण निधान जाके सदा विवेक, हे अपरंपर हर हरे है पी होवनहार, हे संतः कै सदा संग निधारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो ही परोय, याही कुल ते प्रगट होय ताही कुल को नाम, पुन द्वादश गोरिंद को मेरी है प्रणाम।